ਇਹ ਇੰਟਰਵਿਊ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਅੱਜ ਦੇ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ। ਅੱਜ ਮੰਗਲਵਾਰ ਹੈ ਔਰ ਪਿਛਲੇ ਕੁਝ ਸਮੇਂ ਤੋਂ ਹਰ ਮੰਗਲਵਾਰ ਜੋ ਰਾਮਕਲੀ ਰਾਗ ਵਿੱਚ ਬਾਣੀ ਸਿਰਲੇਖ ਸੱਧ ਹੈ ਉਹਦਾ ਵਿਚਾਰ ਹੋ ਰਹੀ ਹੈ। ਤੋ ਅੱਜ ਅਸੀਂ ਉਸ ਬਾਣੀ ਦੀ ਤੀਜੀ ਪੌੜੀ ਦੀ ਵਿਚਾਰ ਜਿਹੜੀ ਹੈ ਉਹ ਸੁਣਨੀ ਹੈ। ਸਾਡੇ ਨਾਲ ਵਿਚਾਰ ਸਾਂਝੀ ਕਰਨਗੇ ਸਾਹਿਬ ਵਰਿੰਦਰਪਾਲ ਸਿੰਘ ਜੀ। ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਕਿ ਕਿਰਪਾ ਕਰਕੇ ਅੱਜ ਦਾ ਪ੍ਰੋਗਰਾਮ ਸ਼ੁਰੂ ਕਰੋ ਜੀ। ਸਾਹਿਬ ਵਰਿੰਦਰਪਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਜੀਓ। ਗੁਰੂ ਪਿਆਰ ਵਾਲੇ ਸਤਸੰਗੀਓ, ਰੋਜ਼ ਦੀ ਤਰ੍ਹਾਂ ਜ਼ੂਮ ਕਲਾਸ ਦੇ ਅੰਦਰ ਆਪ ਸਾਰੇ ਗੁਰਮਤਿ ਗਿਆਨ ਲਈ ਇਕੱਤਰ ਹੁੰਦੇ ਹੋ। ਆਪ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਹੈ ਸਾਰਿਆਂ ਦਾ। ਔਰ ਜਿਹੜੇ ਰੋਜ਼ਾਨਾ ਹੀ ਬਿਨਾਂ ਨਾਗਾ ਜੁੜਦੇ ਹੋ। ਅਸੀਂ ਲਗਾਤਾਰ ਸੱਧ ਬਾਣੀ ਦੀ ਵਿਚਾਰ ਨੂੰ ਕਰ ਰਹੇ ਹਾਂ, ਜਿਸ ਦੇ ਵਿੱਚ 2 ਪੌੜੀਆਂ ਦੀ ਤੇ ਉਸ ਦੇ ਬਾਰੇ ਡਿਟੇਲਸ ਦੀ ਵਿਚਾਰ ਹੋ ਚੁੱਕੀ ਹੈ। ਹੁਣ ਤੀਜੀ ਪੌੜੀ ਦੀ ਅੱਜ ਵਿਚਾਰ ਕਰਨੀ ਹੈ। ਉਸ ਤੋਂ ਪਹਿਲਾਂ ਪਿਛਲੀ ਭੂਮਿਕਾ ਨੂੰ ਸਮਝ ਲਈਏ। ਦੂਜੀ ਪੌੜੀ ਸਤਿਗੁਰੂ ਪਿਤਾ ਗੁਰੂ ਅਮਰਦਾਸ ਪਾਤਸ਼ਾਹ ਬਾਰੇ ਬਾਬਾ ਸੁੰਦਰ ਜੀ ਨੇ ਜੋ ਦੱਸਿਆ, ਉਹ ਇਹ ਦੱਸਿਆ ਸੀ ਕਿ ਅਕਾਲ ਪੁਰਖ ਦੀ ਰਜ਼ਾ ਗੁਰੂ ਅਮਰਦਾਸ ਪਾਤਸ਼ਾਹ ਨੂੰ ਚੰਗੀ ਲੱਗੀ, ਪਿਆਰੀ ਲੱਗੀ, ਮਿੱਠੀ ਲੱਗੀ ਅਤੇ ਸਤਿਗੁਰੂ ਜੀ ਅਕਾਲ ਪੁਰਖ ਕੋਲ ਜਾਣ ਨੂੰ ਤਿਆਰ ਹੋ ਗਏ। ਭਾਵ ਤਿਆਰ ਸਨ। ਉਹਨਾਂ ਦੇ ਇਸ ਦੇ ਵਿੱਚ ਕੋਈ ਝਿਜਕ ਨਹੀਂ ਸੀ। ਉਹਨਾਂ ਦਾ ਸਾਡੇ ਲਈ ਇਹ ਮੈਸੇਜ ਸੀ ਕਿ ਅਸੀਂ ਸਾਰੇ ਇਸ ਵਿਚਾਰ ਨੂੰ ਆਪਣੇ ਅੰਦਰ ਵਸਾ ਲਈਏ ਕਿ ਰੱਬ ਜਿਸ ਨੇ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ ਦੀ ਪਰਿਭਾਸ਼ਾ ਨੂੰ ਨਿਯਤ ਕੀਤਾ ਹੈ, ਉਹ ਉਸ ਦਾ ਹੁਕਮ ਹੈ, ਭਾਣਾ ਹੈ। ਗੁਰੂ ਅਮਰਦਾਸ ਜੀ ਅਕਾਲ ਪੁਰਖ ਦੇ ਅੱਗੇ ਜੋ ਬੇਨਤੀ ਕਰਦੇ ਹਨ, ਔਰ ਉਸ ਅਰਦਾਸ ਦੀ ਅਹਿਮੀਅਤ ਨੂੰ ਹਰ ਸਿੱਖ ਨੂੰ ਸਮਝਣਾ ਚਾਹੀਦਾ। ਅਰਦਾਸ ਵਿੱਚ ਸਤਿਗੁਰੂ ਹੋਣ ਦੇ ਨਾਤੇ, ਸੰਸਾਰ ਦੇ ਜਗਤ ਗੁਰੂ ਹੋਣ ਦੇ ਨਾਤੇ ਵੀ ਉਹਨਾਂ ਨੇ ਆਪਣੇ ਸੇਵਕਾਂ ਨੂੰ ਅਰਦਾਸ ਅਕਾਲ ਪੁਰਖ ਕੇ ਕਿਵੇਂ ਕਰਨੀ ਹੈ ਔਰ ਆਪਣੇ ਆਪ ਨੂੰ ਅਕਾਲ ਪੁਰਖ ਦੇ ਅੱਗੇ ਹੁਕਮੀ ਬੰਦਾ ਅਤੇ ਸਮਰਪਿਤ ਹੋ ਕੇ ਚੱਲਣ ਦਾ ਬਹੁਤ ਖੂਬਸੂਰਤ ਤਰੀਕਾ ਸਾਨੂੰ ਸਮਝਾਇਆ ਹੈ। ਕਿਉਂਕਿ ਸਿੱਖ ਦੇ ਜੀਵਨ ਵਿੱਚ ਅਰਦਾਸ ਬਹੁਤ ਅਹਿਮੀਅਤ ਰੱਖਦੀ ਹੈ ਤੇ ਜਿੱਥੇ ਆਪਣੇ ਵਾਸਤੇ, ਆਪਣੀ ਪੈਜ ਰੱਖਣ ਵਾਸਤੇ ਸਤਿਗੁਰੂ ਅਮਰਦਾਸ ਜੀ ਅਰਦਾਸ ਕਰਦੇ ਨੇ, ਉੱਥੇ ਆਪਣੇ ਸਿੱਖਾਂ ਦੀ, ਆਪਣੇ ਸਾਰਿਆਂ ਦੀ ਪੈਜ ਰੱਖਣ ਵਾਸਤੇ ਅਰਦਾਸ ਕਰਦੇ ਹਨ। ਤੇ ਆਪਣੇ ਨੂੰ ਜਿੱਥੇ ਮਾਇਆ ਤੋਂ ਨਿਰਮੋਹ ਕੀਤਾ ਹੈ, ਨਾਮ ਦੀ ਬਖਸ਼ਿਸ਼, ਜਿਸ ਨਾਮ ਨੇ ਜਮਦੂਤਾਂ ਤੇ ਕਾਲ ਦੇ ਡਰ ਤੋਂ, ਜਮਾਂ ਦੇ ਡਰ ਤੋਂ ਬਚਾਉਣਾ ਹੈ, ਉਸ ਨਾਮ ਦੀ ਜਾਚਨਾ ਕਰਦੇ ਨੇ। ਉੱਥੇ ਨਾਲ ਨਾਲ ਆਪਣੇ ਆਪ ਨੂੰ ਮਾਇਆ ਤੋਂ ਨਿਰਲੇਪ ਹੋਣ ਦੇ ਉਸ ਗੁਣ ਨੂੰ ਪ੍ਰਾਪਤ ਕਰਨ ਲਈ, ਜਿਹੜਾ ਰੱਬ ਦਾ ਗੁਣ ਹੈ, ਉਸ ਗੁਣ ਨੂੰ ਨਿਰੰਜਨ ਰੂਪੀ ਗੁਣ ਪ੍ਰਾਪਤ ਕਰਨ ਦੀ ਅਰਦਾਸ ਕਰਦੇ ਹਨ। ਤੇ ਇਹ ਅਰਦਾਸ ਪ੍ਰਵਾਨ ਹੋਈ ਬਾਬਾ ਸੁੰਦਰ ਜੀ, ਕਿਉਂਕਿ ਉਹਨਾਂ ਦੇ ਫੇਸ ਤੋਂ, ਉਹਨਾਂ ਦੇ
ਸਤਿਗੁਰੂ ਅਮਰਦਾਸ ਜੀ ਦੇ ਲਹਿਜੇ ਤੋਂ ਇਹ ਮਹਿਸੂਸ ਕਰਦੇ ਨੇ ਕਿ ਰੱਬ ਜੀ ਅਰਦਾਸ ਪ੍ਰਵਾਨ ਕਰ ਰਹੇ ਨੇ ਤੇ ਨਾਲੇ ਸ਼ਾਬਾਸ਼ ਦੇ ਰਹੇ ਨੇ ਕਿ ਤੂੰ ਧਨ ਹੈ, ਤੂੰ ਧਨ ਹੈ। ਤੀਜੀ ਪੌੜੀ ਸਤਿਗੁਰੂ ਪਿਤਾ ਨੇ ਸਾਡੇ ਸਾਹਮਣੇ ਜੋ ਵਿਚਾਰ ਰੱਖੀ ਹੈ, ਉਹ ਵਿਚਾਰ ਦੀ ਪਰਿਭਾਸ਼ਾ ਸਾਨੂੰ ਸਮਝਣੀ ਬੜੀ ਜ਼ਰੂਰੀ ਹੈ। ਸਤਿਗੁਰੂ ਜੀ ਨੇ ਜੋ ਇੱਕ ਕਨਸੈਪਟ ਸਾਡੇ ਸਾਹਮਣੇ ਰੱਖਿਆ, ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ, ਆਓ ਮੈਂ ਪਾਸ ਜੀਓ। ਸਤਿਗੁਰੂ ਜੀ ਇਸ ਦੇ ਵਿੱਚ ਬਹੁਤ ਹੀ ਖੂਬਸੂਰਤ ਤਰੀਕਾ ਅਪਣਾ ਕੇ ਸਾਨੂੰ ਇਹ ਸਮਝਾ ਰਹੇ ਨੇ ਕਿਸ ਤਰ੍ਹਾਂ ਅਸੀਂ ਆਪਣੇ ਪਰਿਵਾਰਾਂ ਨੂੰ ਬਿਠਾ ਕੇ ਸਮਝਾਉਣਾ ਹੈ ਔਰ ਸਾਡਾ ਸਮਝਾਉਣ ਦਾ ਲਹਿਜਾ ਕੀ ਹੋਣਾ ਚਾਹੀਦਾ, ਉਸ ਦੇ ਉੱਪਰ ਬਾਣੀ ਦੇ ਅੰਦਰ ਪਰਮਾਤਮਾ ਦਾ ਭਾਣਾ ਮੰਨਣ ਦੀ, ਕਿਉਂਕਿ ਭਾਣੇ ਦੇ ਇੱਥੇ ਦੋ ਲਫ਼ਜ਼ ਜਿਹੜੇ ਹਨ, ਇਹਨਾਂ ਨੂੰ ਅਸੀਂ ਸਹੀ ਤਰੀਕੇ ਨਾਲ ਸਮਝ ਲਵਾਂਗੇ। ਪਹਿਲਾਂ ਅਸੀਂ ਪੌੜੀ ਦੇ ਜਿਹੜੇ ਸ਼ਬਦ ਅਰਥ ਨੇ ਉਹਨਾਂ ਨੂੰ ਪਹਿਲਾਂ ਕਰ ਲਈਏ। ਤੇ ਪੌੜੀ ਜਿਹੜੀ ਹੈ ਉਹ ਇਸ ਤਰ੍ਹਾਂ ਹੈ, ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰੇ ਹਰ ਭਾਣਾ ਆਓ ਮੈਂ ਪਾਸ ਜੀਓ। ਹਰ ਭਾਣਾ ਗੁਰ ਪਾਇਆ, ਮੇਰਾ ਹਰ ਪ੍ਰਭ ਕਰੇ ਸਬਾਸ ਜੀਓ। ਭਗਤ ਸਤਿਗੁਰੂ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਭਾਵੈ, ਆਨੰਦ ਅਨਹਦ ਵਜੇ ਵਾਜੇ, ਹਰ ਆਪ ਗਲ ਮਿਲਾਵੈ। ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਮਨ ਵੇਖੋ ਕਰ ਨਿਰਜਾਸ ਜੀਓ। ਤੁਰ ਲਿਖਿਆ ਪਰਵਾਣਾ ਫਿਰੈ ਨਾਹੀ, ਗੁਰ ਜਾਏ ਹਰ ਪ੍ਰਭ ਪਾਸ ਜੀਓ। ਹੁਣ ਇਸ ਦੇ ਪਦਾਰਥਾਂ ਨੂੰ ਆਪਾਂ ਸਮਝ ਲਈਏ। ਮੇਰੇ ਸਿੱਖ ਪੁੱਤ ਭਾਈਓ, ਇਹ ਮੇਰੇ ਸਿੱਖੋ, ਮੇਰੇ ਪਿਆਰਿਓ ਜੋ ਗੁਰਮਤਿ ਦੀ ਸਿੱਖਿਆ ਲੈਣ ਵਾਲੇ ਹੋ, ਇਹ ਮੇਰੇ ਪੁੱਤਰੋ, ਪਰਿਵਾਰ ਦੇ ਬੱਚੇ ਜਿਹੜੇ ਹਨ, ਇਹ ਮੇਰੇ ਭਰਾਵੋ ਜਿਹੜੇ ਪਰਿਵਾਰ ਦੇ ਭਰਾ ਹਨ। ਭਾਣਾ ਦਾ ਮਤਲਬ ਹੈ ਪਾਇਆ ਹੈ, ਚੰਗਾ ਲੱਗਾ ਹੈ। ਮੇਰੇ ਹਰ ਭਾਣਾ ਮੇਰੇ ਅਕਾਲ ਪੁਰਖ ਨੂੰ ਚੰਗਾ ਲੱਗਾ ਹੈ। ਮੈਂ ਪਾਸ ਮੇਰੇ ਕੋਲ, ਹਰ ਭਾਣਾ ਹਰੀ ਦਾ ਭਾਣਾ, ਅਕਾਲ ਪੁਰਖ ਦੀ ਰਜ਼ਾ। ਗੁਰ ਪਾਇਆ ਗੁਰੂ ਨੂੰ ਮਿੱਠਾ ਲੱਗਾ ਹੈ। ਕਰੇ ਸਬਾਸ ਸ਼ਾਬਾਸ਼ੇ ਆਖ ਰਿਹਾ ਹੈ। ਜਿਸ ਭਾਵੈ ਜਿਸ ਨੂੰ ਮਿੱਠਾ ਲੱਗਦਾ ਹੈ, ਪ੍ਰਭ ਭਾਣਾ ਪ੍ਰਭੂ ਦਾ ਭਾਣਾ, ਆਨੰਦ ਵਾਜੇ ਆਨੰਦ ਦੇ ਵਾਜੇ, ਅਨਹਦ ਇੱਕ ਰਸ ਲਗਾਤਾਰ, ਗਲ ਵਿੱਚ ਮਨ ਵਿੱਚ, ਕਰ ਨਿਰਜਾਸ ਨਿਰਣਾ ਕਰਕੇ, ਧੁਰੋਂ ਰੱਬ ਵੱਲੋਂ, ਪਰਵਾਣਾ ਹੁਕਮ ਫਿਰੇ ਨਾਹੀਂ, ਮੋੜਿਆ ਨਹੀਂ ਜਾ ਸਕਦਾ। ਇਹ ਪਦ ਅਰਥ ਹਨ। ਹੁਣ ਇਹਨਾਂ ਪਦ ਅਰਥਾਂ ਵਿੱਚ ਦੋ ਚੀਜ਼ਾਂ ਸਾਡੇ ਲਈ ਬਹੁਤ ਜ਼ਰੂਰੀ ਸਮਝਣ ਵਾਲੀਆਂ ਹਨ। ਉਹ ਹਨ ਅਨਹਦ ਤੇ ਆਨੰਦ। ਇਹ ਦੋ ਸ਼ਬਦ ਆਏ ਹਨ ਜਿਸ ਬਾਰੇ ਕਈ ਵਾਰੀ ਅਸੀਂ ਭੁਲੇਖਾ ਖਾਂਦੇ ਹਾਂ। ਆਨੰਦ ਵਾਜੇ ਦੇ ਜਿਹੜੇ ਆਨੰਦ ਸਾਹਿਬ ਦੀ ਬਾਣੀ ਸਾਨੂੰ ਸਮਝਾਣਾ ਕੀਤਾ ਹੈ, ਲੇਕਿਨ ਯੋਗੀਆਂ ਦੇ ਮਤ ਦੇ ਹਿਸਾਬ ਨਾਲ, ਕਿਉਂਕਿ ਸਿੱਖਾਂ ਵਿੱਚ ਕੁਝ ਲੋਕ ਐਸੇ ਨੇ ਜਿਹੜੇ ਯੋਗ ਮਤ ਵਿੱਚ ਵੀ ਮਿਕਸ ਹੋ ਜਾਂਦੇ ਨੇ, ਸਨਾਤਨੀ ਮਤ ਵਿੱਚ ਵੀ ਮਿਕਸ ਹੋ ਜਾਂਦੇ ਨੇ, ਤੇ ਜਿਹੜਾ ਵੀ ਮਤ ਉਹਨਾਂ ਨੂੰ ਆਪਣੇ ਢੰਗ ਨਾਲ ਠੀਕ ਲੱਗਦਾ ਹੈ ਉਸ ਦੀ ਗੱਲ ਕਰਨ ਲੱਗ ਪੈਂਦੇ ਨੇ। ਅਸਲ ਵਿੱਚ ਉਹ ਗੁਰਮਤਿ ਦੀ ਪਰਿਭਾਸ਼ਾ, ਇੱਕ ਓੰਕਾਰ ਤੋਂ ਗੁਰ ਪ੍ਰਸਾਦ ਦੀ ਪਰਿਭਾਸ਼ਾ ਨੂੰ ਸਮਝ ਹੀ ਨਹੀਂ ਪਾਉਂਦੇ, ਜਿਸ ਕਰਕੇ ਜਿਹੜੇ ਸ਼ਬਦ ਅਨਮਤੀਆਂ ਦੇ ਵਿਚਾਰਾਂ ਵਿੱਚੋਂ ਆਏ ਨੇ, ਉਹਨਾਂ ਨੂੰ ਉਹ ਬਹੁਤ ਅਹਿਮੀਅਤ ਦਿੰਦੇ ਨੇ ਤੇ ਉਹਨਾਂ ਦੇ ਅਰਥ ਉਸ ਹਿਸਾਬ ਨਾਲ ਕਰਦੇ ਨੇ। ਉਸ ਹਿਸਾਬ ਨਾਲ ਨਹੀਂ ਕਰਦੇ ਜੋ ਗੁਰਮਤਿ ਦੀ ਪਰਿਭਾਸ਼ਾ ਵਿੱਚ ਹੈ, ਜਾਂ ਗੁਰਮਤਿ ਵਿੱਚ ਬਾਣੀ 'ਚ ਸਾਨੂੰ ਇਹਨਾਂ ਚੀਜ਼ਾਂ ਨੂੰ ਸਪਸ਼ਟ ਕੀਤਾ ਹੈ।
ਸੋ ਆਨੰਦ ਬਾਰੇ ਤੇ ਅਸੀਂ ਸਾਰੇ ਜਾਣਦੇ ਹੀ ਹਾਂ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਿਸ ਆਨੰਦ ਦੀ ਗੱਲ ਗੁਰੂ ਅਮਰਦਾਸ ਪਾਤਸ਼ਾਹ ਕਰ ਰਹੇ ਨੇ, ਉਸ ਦੇ ਉੱਪਰ ਤੇ ਪੂਰੀ ਆਨੰਦ ਸਾਹਿਬ ਦੀ ਬਾਣੀ ਹੀ ਸਤਿਗੁਰੂ ਸਿਰਲੇਖ ਹੇਠ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਨੇ ਦਰਜ ਕਰ ਦਿੱਤੀ ਕਿ ਸਾਡਾ ਭੁਲੇਖਾ ਹੀ ਮਿਟਾ ਦਿੱਤਾ ਹੈ। ਅਨਹਦ ਸ਼ਬਦ ਜਿਹੜਾ ਹੈ ਜੋਗੀਆਂ ਨੇ ਬਹੁਤ ਜ਼ਿਆਦਾ ਵਰਤਿਆ ਹੈ, ਔਰ ਇਸ ਨੂੰ ਵਰਤ ਕੇ ਉਹਨਾਂ ਨੇ ਲੋਕਾਂ ਨੂੰ ਭਟਕਾਇਆ ਵੀ ਬੜਾ ਹੈ। ਅਸਲ ਵਿੱਚ ਇਹਦੇ ਅਰਥ ਹਨ ਇੱਕ ਰਸ ਲਗਾਤਾਰ। ਲੇਕਿਨ ਜੋਗੀ ਕੀ ਮੰਨਦੇ ਹਨ? ਗੁਰਮਤਿ ਇਸ ਤੋਂ ਨਹੀਂ ਮੰਨਦੀ। ਜੋਗੀ ਕੀ ਮੰਨਦੇ ਹਨ? ਪ੍ਰਾਣਾਯਾਮ ਧਾਰਨ ਕਰਨ ਨਾਲ ਅਨਾਹਤ ਵੇਦਨ ਤੋਂ 10ਵੇਂ ਦਰਵਾਜ਼ੇ ਵਿੱਚ ਪੰਜ ਸ਼ਬਦ ਦੀ ਆਵਾਜ਼ਾਂ ਆਉਂਦੀਆਂ ਹਨ। ਸ਼ੰਖ, ਮਿਰਦੰਗ, ਕਿੰਗਰੀ, ਮੁਰਲੀ ਤੇ ਵੀਣਾ ਇਹ ਸੁਣਾਈ ਦਿੰਦੀਆਂ ਹਨ। ਇਹ ਜੋਗੀਆਂ ਦਾ ਮਤ ਹੈ, ਗੁਰਮਤ ਦਾ ਨਹੀਂ ਹੈ। ਇਹਨਾਂ ਆਵਾਜ਼ਾਂ ਨੂੰ, ਸੁਰਾਂ ਨੂੰ ਹੀ ਉਹ ਅਨਹਦ ਸ਼ਬਦ ਦਾ ਨਾਮ ਦਿੰਦੇ ਹਨ। ਉਹਨਾਂ ਦਾ ਵਿਸ਼ਵਾਸ ਹੈ ਕਿ ਜਦ ਅਨਹਦ, ਇਹ ਜੋਗੀਆਂ ਦਾ ਵਿਸ਼ਵਾਸ ਹੈ ਕਿ ਜਦ ਅਨਹਦ ਸ਼ਬਦ ਦਾ ਰਸ ਆਉਂਦਾ ਹੈ ਤਦ ਮਨ ਤੇ ਤਰੰਗ ਸ਼ਾਂਤ ਹੋ ਜਾਂਦੇ ਹਨ। ਲੇਕਿਨ ਗੁਰਮਤ ਦਰਸ਼ਨ ਕੀ ਕਹਿੰਦੀ ਹੈ? ਗੁਰਮਤ ਦਰਸ਼ਨ ਅਨਹਦ ਸ਼ਬਦ ਦਾ ਭਾਵ ਹੈ ਗੁਰਸਿੱਖ ਵਾਹਿਗੁਰੂ ਦੇ ਚਰਨਾਂ ਵਿੱਚ ਲਗਾਤਾਰ ਜੁੜਿਆ ਰਹੇ। ਔਰ ਜੁੜਿਆ ਕਿਸ ਤਰ੍ਹਾਂ ਰਹੇ? ਗੁਰਬਾਣੀ ਦੇ ਵਿੱਚ ਜੁੜ ਕੇ, ਗੁਰਬਾਣੀ ਦੇ ਅਨੁਸਾਰ ਜੀਵਨ ਜੀ ਕੇ। ਗੁਰਮਤ ਦੀ ਅਭਿਆਸੀ, ਜਦੋਂ ਗੁਰਬਾਣੀ ਦੇ ਅਭਿਆਸੀ ਭਾਵ ਗੁਰੂ ਦੀ ਮੱਤ ਦੇ ਅਭਿਆਸੀ ਜਿਹੜੇ ਲੋਕ ਹਨ, ਸ਼ਬਦ ਵਿੱਚ ਆਪਣੀ ਸੁਰਤ ਨੂੰ ਜੋੜਦੇ ਹਨ ਤਾਂ ਉਹਨਾਂ ਦੇ ਮਨ ਵਿੱਚ ਕਾਮਨਾਵਾਂ ਮਤਲਬ ਇੱਛਾਵਾਂ ਉਹ ਕੰਟਰੋਲ ਹੋ ਜਾਂਦੀਆਂ ਨੇ। ਜਿੰਨੀ ਲੋੜ ਹੈ, ਲੋੜ ਅਨੁਸਾਰ ਹੀ ਉਹਨਾਂ ਦੀ ਵਰਤੋਂ ਕਰਦੇ ਨੇ। ਬਹੁਤਾਤ ਦੀ ਡਿਮਾਂਡ ਨਹੀਂ ਹੁੰਦੀ, ਕਿਉਂਕਿ ਸਿੱਖ ਦੀ ਤਮੰਨਾ ਹੀ ਹੈ ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨਪ੍ਰੀਤ ਚਰਨ ਕਮਲਾਰੇ। ਇਸ ਗੱਲ ਨੂੰ ਸਤਿਗੁਰੂ ਜੀ ਨੇ ਮੁਕਾ ਦਿੱਤਾ ਹੈ, ਜਿਹੜਾ ਜੋਗੀਆਂ ਦਾ ਜਾਂ ਅਨੁਮਤੀਆਂ ਦਾ ਵਿਚਾਰ ਸੀ। ਤੇ ਗੁਰਮਤ ਦੇ ਅਨੁਸਾਰ ਇੱਕ ਰਸ ਲਗਾਤਾਰ ਲਿਵ ਪ੍ਰਮਾਤਮਾ ਦੇ ਚਰਨਾਂ ਵਿੱਚ ਪਾਓ, ਉਸ ਦੇ ਹੁਕਮ ਨੂੰ ਮੰਨਣ ਵਿੱਚ। ਚਰਨ ਦੀ ਪਰਿਭਾਸ਼ਾ ਜਿੱਥੇ ਤੱਕ ਮੈਨੂੰ ਸਮਝ ਆਈ ਹੈ, ਤੁਹਾਨੂੰ ਜੇ ਹੋਰ ਸਮਝ ਆਵੇ ਤੇ ਦੱਸ ਸਕਦੇ ਹੋ। ਮੈਂ ਇਹੀ ਸਮਝਿਆ ਹੈ ਕਿ ਗੁਰਬਾਣੀ ਦੇ ਵਿਚਾਰ ਦੇ ਅਨੁਸਾਰ ਪਰਮਾਤਮਾ ਦੇ ਹੁਕਮ ਵਿੱਚ ਚੱਲਣਾ, ਮੰਨਣਾ, ਇਹ ਹੀ ਪ੍ਰਭੂ ਦੇ ਚਰਨ ਹਨ। ਉਹਨਾਂ ਯੋਗੀਆਂ ਦੇ ਵਾਸਤੇ ਪੰਜ ਆਵਾਜ਼ ਸੁਣਨ ਦੀ ਲੋੜ ਨਹੀਂ ਹੈ। ਯੋਗੀਆਂ ਦੇ ਤਰੀਕੇ ਨਾਲ ਅਨਹਦ ਸ਼ਬਦ ਬਾਰੇ ਗੁਰਬਾਣੀ 'ਚ ਜੋ ਕਿਹਾ ਗਿਆ ਹੈ, ਅਨਹਦ ਸ਼ਬਦ ਸੁਹਾਵਣੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਸ੍ਰੀ ਰਾਗ ਦੇ ਅੰਦਰ 21 ਨੰਬਰ ਅੰਕ ਤੇ ਸੁਭਾਇਮਾਨ ਸ਼ਬਦ ਜਿਹੜਾ ਹੈ, ਉਹ ਸਾਨੂੰ ਕੀ ਉਪਦੇਸ਼ ਦੇ ਰਿਹਾ? ਅਨਹਦ ਸ਼ਬਦ ਸੁਹਾਵਣੇ ਪਾਈਏ ਗੁਰ ਵਿਚਾਰ, ਅਨਹਦ ਬਾਣੀ ਪਾਈਏ ਤੈ ਹਉਮੈ ਹੋਏ ਵਿਨਾਸ਼। ਅਨਹਦ ਸ਼ਬਦ ਸਾਡੇ ਲਈ ਉਹ ਸੁਹਾਣੇ ਹਨ, ਗੁਰੂ ਦਾ ਸ਼ਬਦ ਸੁਹਾਵਣਾ ਹੈ। ਗੁਰੂ ਦੇ ਸ਼ਬਦ ਵੀ ਸਾਨੂੰ ਆਨੰਦ ਆਉਂਦਾ ਹੈ ਤੇ ਗੁਰਬਾਣੀ ਦੀ ਵਿਚਾਰ ਦੇ ਨਾਲ ਉਸ ਅਨਹਦ ਦੇ ਵਿਚਾਰ ਨੂੰ ਅਸੀਂ ਆਨੰਦਦਾਇਕ ਬਣਾ ਲੈਂਦੇ ਹਾਂ। ਅਨਹਦ ਬਾਣੀ ਦੀ ਪਰਿਭਾਸ਼ਾ ਨੂੰ ਜੀਣ ਵਾਲੇ ਤੇ ਹਉਮੈ ਨੂੰ ਮੁਕਾਉਣ ਵਾਲੇ ਨੂੰ ਸਮਝ ਆਉਂਦੀ ਹੈ ਕਿ ਇੱਕ ਰਸ ਪਰਮਾਤਮਾ ਦੇ ਹੁਕਮ ਵਿੱਚ ਤੇ ਗੁਰਬਾਣੀ ਦੇ ਅਨੁਸਾਰ ਕਿਸ ਤਰ੍ਹਾਂ ਜੀਵਿਆ ਜਾਂਦਾ ਹੈ। ਅਕਾਲ ਪੁਰਖ ਦੀ ਰਜਾ ਗੁਰੂ ਨੂੰ ਮਿੱਠੀ ਲੱਗਦੀ ਹੈ ਤੇ ਸਾਨੂੰ ਕਿਉਂ ਨਹੀਂ ਮਿੱਠੀ ਲੱਗਦੀ? ਮੇਰਾ ਪ੍ਰਭੂ ਮੈਨੂੰ ਸ਼ਾਬਾਸ਼ ਦੇ ਰਿਹਾ ਹੈ, ਉਹੀ ਮਨੁੱਖ ਭਗਤ ਹੈ ਜਿਹੜਾ ਪੂਰੇ ਗੁਰੂ ਦੇ ਉਪਦੇਸ਼ ਨੂੰ ਜੀਉਣ ਦਾ ਢੰਗ ਬਣਾ ਲੈਂਦਾ ਹੈ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਰੂਪੀ ਗੁਰੂ ਜਿਹੜੀ ਹੈ 35 ਮਹਾਂਪੁਰਸ਼ਾਂ ਦੀ ਜਿਹੜੀ ਬਾਣੀ ਹੈ, ਉਹ
ਉਸ ਦੇ ਲਈ ਸਰਵੋਪਰੀ ਹੈ। ਸੰਸਾਰ ਦੇ ਹਰ ਇੱਛਾਵਾਂ, ਹਰ ਪਦਾਰਥ, ਹਰ ਹੁਕਮ, ਸੰਸਾਰ ਦੇ ਕਿਸੇ ਵੀ ਸਰਕਾਰ ਜਾਂ ਰਾਜ ਸੱਤਾ ਦੇ ਹੁਕਮ ਤੋਂ ਉੱਪਰ ਗੁਰਬਾਣੀ ਦਾ ਹੁਕਮ ਹੈ, ਗੁਰੂ ਦਾ ਉਪਦੇਸ਼ ਹੈ ਤੇ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਕੇ ਜੀਣਾ ਹੈ। ਸੋ ਹੁਣ ਅਸੀਂ ਇਸ ਪਰਿਭਾਸ਼ਾ ਨੂੰ ਜਦ ਜੀਣ ਲੱਗਦੇ ਹਾਂ ਤੇ ਸਾਨੂੰ ਸਤਿਗੁਰੂ ਜੀ ਦੇ ਇਹ ਹੁਕਮ ਸਮਝ ਵਿੱਚ ਆ ਜਾਂਦੇ ਹਨ ਕਿ ਅਸੀਂ ਕਿਸ ਤਰ੍ਹਾਂ ਰੱਬ ਜੀ ਦੇ ਹੁਕਮ ਨੂੰ ਜੀ ਕੇ ਤੇ ਆਪਣੇ ਜਿਹੜੇ ਭਟਕ ਰਹੇ ਬਹੁਤ ਸਾਰੇ ਭਟਕਣਾਵਾਂ ਜਿਹੜੀਆਂ ਹਨ ਜਾਂ ਅਨਮਤੀ ਵਿਚਾਰਾਂ ਜਿਹੜੀਆਂ ਹਨ ਸਾਡੇ ਪਰਿਵਾਰਾਂ ਵਿੱਚ, ਸਾਡੇ ਵਿੱਚ ਚੱਲ ਰਹੀਆਂ ਹਨ, ਇਹਨਾਂ ਨੂੰ ਰੋਕਣ ਦਾ ਢੰਗ ਪ੍ਰਾਪਤ ਹੁੰਦਾ ਹੈ। ਕਈ ਵਾਰੀ ਸਾਡੇ ਅੰਦਰ ਸਵਾਲ ਵੀ ਆਉਂਦਾ ਹੈ, ਇਹ ਕਿਸ ਤਰ੍ਹਾਂ ਕਰੀਏ, ਕਿਸ ਤਰ੍ਹਾਂ ਕਰਨਾ ਹੈ? ਸਤਿਗੁਰੂ ਕੋਲ ਪਾਸੋਂ ਪੁੱਛਣਾ ਹੈ। ਸਤਿਗੁਰੂ ਸਾਨੂੰ ਕੋਲ ਬਿਠਾ ਕੇ ਸਮਝਾ ਰਹੇ ਨੇ। ਜੇ ਗੁਰੂ ਅਮਰਦਾਸ ਪਾਤਸ਼ਾਹ ਸਤਿਗੁਰੂ ਜੀ ਉਸ ਟਾਈਮ ਸਿੱਖਾਂ ਨੂੰ, ਪਰਿਵਾਰ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਸਮਝਾ ਰਹੇ ਨੇ, ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰੇ ਹਰ ਭਾਣਾ ਆਓ ਮੈਂ ਪਾਸ ਜੀਓ। ਕਿਉਂਕਿ ਰੱਬ ਜੀ ਨੂੰ ਭਾਣਾ ਮੰਨਣ ਵਾਲਾ ਹੀ ਚੰਗਾ ਲੱਗਦਾ ਹੈ। ਮੈਂ ਆਪ ਜੀ ਨੂੰ ਪਹਿਲੇ ਵੀ ਬੇਨਤੀ ਕੀਤੀ ਹੈ, ਭਗਤ ਵਚਨ ਦੀ ਪਰਿਭਾਸ਼ਾ ਹੈ ਉਹ ਭਗਤ ਜਿਹੜਾ ਗੁਣਾਂ ਦਾ ਧਾਰਨੀ ਹੈ, ਜਿਹੜਾ ਗੁਰੂ ਨੇ ਦੱਸੇ ਗੁਣ ਹਨ ਉਹਨਾਂ ਨੂੰ ਜੀਉਂਦਾ ਹੈ ਤੇ ਉਸ ਨੂੰ ਪ੍ਰਮਾਤਮਾ ਦਾ ਭਾਣਾ ਚੰਗਾ ਲੱਗਦਾ ਹੈ। ਤੇ ਉਹਨਾਂ ਭਾਣਾ ਗੁਰੂ ਨੂੰ ਭਾਣਾ ਚੰਗਾ ਲੱਗ ਰਿਹਾ ਹੈ ਤੇ ਸਤਿਗੁਰੂ ਹੁਣ ਉਸ ਭਾਣੇ ਦੀ ਸਮਝ ਦੇਣ ਵਾਸਤੇ ਆਪਣੇ ਪਾਸ ਸਾਰੇ ਰਿਸ਼ਤੇਦਾਰਾਂ ਨੂੰ, ਸਾਰੇ ਸੰਗੀ ਸਾਥੀਆਂ ਨੂੰ ਇਕੱਤਰ ਕਰਦੇ ਹਨ ਤੇ ਫਿਰ ਅੱਗੇ ਬਾਬਾ ਸੁੰਦਰ ਜੀ ਕਹਿ ਰਹੇ ਹਨ, ਹਰ ਭਾਣਾ ਗੁਰ ਭਾਇਆ। ਪਰਮਾਤਮਾ ਦਾ ਹੁਕਮ ਜਿਹੜਾ ਆਇਆ ਜਾਂ ਜੋ ਵੀ ਪਰਮਾਤਮਾ ਹੁਕਮ ਕਰ ਰਿਹਾ ਹੈ ਉਸ ਤੇ ਹੀ ਤੁਰਨਾ ਸਤਿਗੁਰੂ ਅਮਰਦਾਸ ਪਾਤਸ਼ਾਹ ਨੇ ਸਤਿਗੁਰੂ ਗੁਰੂ ਅੰਗਦ ਸਾਹਿਬ ਪਾਤਸ਼ਾਹ ਤੋਂ ਸਿੱਖ ਲਿਆ ਸੀ। ਔਰ ਉਹ ਅਖੀਲੇ ਸਵਾਸ ਤੱਕ ਜਿੱਥੇ ਲੋਕਾਂ ਨੂੰ ਸਮਝਾ ਰਹੇ ਸਨ, ਜਿੱਥੇ ਸਿੱਖਾਂ ਨੂੰ ਸਮਝਾ ਰਹੇ ਸਨ, ਜਿੱਥੇ ਜਗਤ ਨੂੰ ਸਮਝਾ ਰਹੇ ਸਨ, ਉੱਥੇ ਆਪ ਵੀ ਉਸ ਤੇ ਅਮਲ ਕਰ ਰਹੇ ਸਨ। ਸਾਨੂੰ ਹੁਣ ਇੱਥੇ ਇਹ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਕਿ ਸਤਿਗੁਰ ਨੇ ਜੋ ਵੀ ਉਪਦੇਸ਼ ਗੁਰਬਾਣੀ 'ਚ ਕੀਤੇ ਨੇ ਉਹਨਾਂ ਸਾਰਿਆਂ ਨੂੰ ਆਪਣੇ ਜੀਵਨ ਵਿੱਚ ਅਮਲੀ ਜਾਮਾ ਦਿੱਤਾ ਹੈ। ਅਸੀਂ ਅੱਗੇ ਚੱਲ ਕੇ ਇਸ ਚੀਜ਼ ਨੂੰ ਸਮਝਣ ਦੀ ਪੂਰਨ ਤੌਰ ਤੇ ਕੋਸ਼ਿਸ਼ ਕਰਾਂਗੇ ਤੇ ਸਤਿਗੁਰੂ ਜੀ ਦੀ ਇਸੇ ਗੱਲ ਨੂੰ ਬਾਬਾ ਸੁੰਦਰ ਜੀ ਬਾਣੀ ਵਿੱਚ ਦਰਜ ਕਰ ਰਹੇ ਨੇ, ਹਰ ਭਾਣਾ ਗੁਰ ਭਾਇਆ, ਮੇਰਾ ਹਰ ਪ੍ਰਭ ਕਰੇ ਸਾਬਾਸ ਜੀਓ। ਕਿਉਂਕਿ ਇੱਕ ਸੰਬੰਧ ਜਿਹੜਾ ਹੈ ਰੱਬ ਜੀ ਨਾਲ ਪਿਓ ਪੁੱਤਰ ਦਾ ਹੈ ਤੇ ਜਦ ਪਿਤਾ ਔਰ ਪੁੱਤਰ ਇੱਕ ਸੁਰ ਵਿੱਚ ਮਿਲਦੇ ਹਨ, ਇੱਕੋ ਵਿਚਾਰਧਾਰਾ ਵਿੱਚ ਆ ਕੇ ਇੱਕੋ ਸੋਚ ਬਣਾ ਲੈਂਦੇ ਹਨ ਤੇ ਉਹਨਾਂ ਦੇ ਪ੍ਰੇਮ ਦੀ ਪਰਿਭਾਸ਼ਾ ਸੰਸਾਰ ਵਿੱਚ ਇੱਕ ਵੱਖਰੀ ਕਿਸਮ ਦੀ ਹੁੰਦੀ ਹੈ ਤੇ ਪੁੱਤਰ ਜਿਹੜਾ ਹੈ ਪਿਓ ਨੂੰ ਪੂਰਨ ਤੌਰ ਤੇ ਆਪਣੇ ਜੀਵਨ ਵਿੱਚ ਜੀ ਰਿਹਾ ਹੁੰਦਾ ਹੈ, ਜਿਸ ਨੂੰ ਬਾਬਾ ਸੁੰਦਰ ਜੀ ਨੇ ਅੰਕਿਤ ਕੀਤਾ ਹੈ ਕਿ ਸਤਿਗੁਰ ਨੂੰ ਹਰੀ ਦਾ ਭਾਣਾ ਬਹੁਤ ਚੰਗਾ ਲੱਗਾ ਹੈ। ਮਤਲਬ ਇੰਨਾ ਕੁ ਚੰਗਾ ਲੱਗਿਆ ਹੈ ਜਿਸ ਦਾ ਬਿਆਨ ਕਰਨਾ ਸ਼ਾਇਦ ਔਖਾ ਹੋਵੇ। ਮੇਰਾ ਹਰ ਪ੍ਰਭ ਕਰੇ ਸਾਬਾਸ ਜੀਓ। ਔਰ ਅਕਾਲ ਪੁਰਖ ਉਸੇ ਦੇ ਉੱਪਰ ਮਿਹਰ ਕਰਦਾ ਹੈ ਜਿਸ ਨੂੰ ਪ੍ਰਮਾਤਮਾ ਦਾ ਹੁਕਮ ਚੰਗਾ ਲੱਗਦਾ ਹੈ, ਉਸ ਨੂੰ ਹੀ ਪ੍ਰਮਾਤਮਾ ਆਪਣੀ ਰਜ਼ਾ ਵਿੱਚ ਦੇਖਦਾ ਹੈ, ਜਿਸ ਨੇ ਰਜ਼ਾ ਗੁਰਮਤ ਅਨੁਸਾਰ ਜੀ ਲਈ ਹੈ ਔਰ ਸਮਝ ਲਈ ਹੈ, ਸਮਝ ਨੂੰ ਪੂਰਨ ਤੌਰ ਤੇ ਅਡੋਲ ਕਰ ਲਿਆ। ਜਿੱਥੇ ਗੁਰਬਾਣੀ ਅਡੋਲ ਹੈ, ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨ ਕਬਹੂ ਡੋਲੇ, ਉੱਥੇ ਬਾਣੀ ਨੂੰ ਜੀਣ ਵਾਲਾ ਅਡੋਲ ਬਣ ਜਾਂਦਾ ਹੈ। ਹੁਣ ਗੁਰਬਾਣੀ ਜਦ ਤੱਕ ਅਸੀਂ ਬਣਦੇ ਨਹੀਂ, ਗੁਰਬਾਣੀ ਬਣਨ ਦਾ ਮਕਸਦ ਇਹ ਹੁੰਦਾ ਹੈ ਕਿ ਗੁਰਬਾਣੀ ਨੂੰ ਸਮਝ ਕੇ
ਇੱਕ ਰਸ ਜੀਣਾ, ਉਸ ਅਨਹਦ ਨੂੰ ਪਾਣਾ ਜਿਸ ਨੂੰ ਨਿਰਵਾਣ ਪਦ ਵੀ ਗੁਰੂ ਪਾਤਸ਼ਾਹ ਨੇ ਕਿਹਾ ਹੈ। ਹੁਣ ਸਤਿਗੁਰੂ ਜੀ ਦੇਖੋ ਕਿੰਨੀ ਕਮਾਲ ਅਗਲੀਆਂ ਪੰਕਤੀਆਂ 'ਚ ਕਰ ਰਹੇ ਹਨ। ਉਹ ਕਿਧਰੇ ਵੀ ਆਪਣੇ ਆਪ ਨੂੰ ਵੀ ਨਹੀਂ ਮਤਲਬ ਪ੍ਰਮਾਤਮਾ ਦੇ ਹੁਕਮ ਤੋਂ ਵੱਖਰਾ, ਕਿਉਂਕਿ ਆਮ ਸੰਸਾਰ ਦੇ ਜਿਹੜੇ ਬਣੇ ਹੋਏ ਅਖੌਤੀ ਭਗਤ ਜਾਂ ਸੰਤ ਜਾਂ ਸਾਧ ਜਾਂ ਗੁਰੂ ਅਖੌਤੀ ਹਨ, ਗੁਰੂ ਡੰਮ ਦੇ, ਉਹ ਆਪਣੇ ਆਪ ਨੂੰ ਸੰਸਾਰ ਤੋਂ, ਦੁਨੀਆ ਤੋਂ ਵੱਖਰਾ ਸਮਝਦੇ ਨੇ, ਆਮ ਮਨੁੱਖਾਂ ਤੋਂ ਵੱਖਰਾ ਸਮਝਦੇ ਨੇ। ਲੇਕਿਨ ਗੁਰੂ ਨਾਨਕ ਸਤਿਗੁਰੂ ਜੀ ਨੇ 10 ਜਾਮਿਆਂ ਦੇ ਅੰਦਰ ਆਪਣੇ ਆਪ ਨੂੰ ਸਿੱਖਾਂ ਵਰਗਾ ਹੀ ਸਮਝਿਆ ਹੈ। ਆਪਣੇ ਆਪ ਨੂੰ ਪ੍ਰਮਾਤਮਾ ਦੇ ਕਾਨੂੰਨ ਤੋਂ ਬਾਹਰ ਨਹੀਂ ਸਮਝਿਆ। ਆਮ ਰਾਜੇ ਕਾਨੂੰਨ ਭਾਵੇਂ ਬਣਾਉਂਦੇ ਨੇ, ਲੇਕਿਨ ਉਸ ਕਾਨੂੰਨ ਤੋਂ ਆਪਣੇ ਆਪ ਨੂੰ ਬਾਹਰ ਰੱਖਦੇ ਨੇ। ਉਹ ਸਾਰਾ ਸਿਰਫ ਜਨਤਾ ਲਈ ਹੁੰਦਾ ਹੈ। ਭਾਵੇਂ ਕਿ ਭਾਰਤ ਦੇ ਅੰਦਰ ਵੋਟਾਂ ਪਾ ਕੇ ਸਰਕਾਰਾਂ ਚੁਣੀਆਂ ਜਾਂਦੀਆਂ ਹਨ, ਲੇਕਿਨ ਜਿੱਤਣ ਤੋਂ ਬਾਅਦ ਉਹ ਜਨਤਾ ਤੋਂ ਵੱਖਰੀ ਆਪਣੇ ਆਪ ਨੂੰ ਸਾਬਤ ਪ੍ਰੂਫ ਕਰਦੇ ਹਨ। ਹੁਣ ਸਤਿਗੁਰੂ ਜੀ ਅਗਲੀਆਂ ਪੰਕਤੀਆਂ 'ਚ ਕਹਿ ਰਹੇ ਨੇ, ਭਗਤ ਸਤਿਗੁਰੂ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਭਾਵੈ। ਅਸਲ ਭਗਤ ਉਹ ਹੈ, ਅਸਲ ਸਤਿਗੁਰੂ ਪੁਰਖ ਉਹੀ ਹੈ ਜਿਸ ਨੂੰ ਪ੍ਰਮਾਤਮਾ ਦਾ ਹੁਕਮ ਚੰਗਾ ਲੱਗਦਾ ਹੈ, ਮਿੱਠਾ ਲੱਗਦਾ ਹੈ, ਜਿਸ ਬਾਰੇ ਬਾਣੀ ਵਿੱਚ ਬੜੀ ਖੂਬਸੂਰਤੀ ਦੇ ਨਾਲ ਬਿਆਨ ਹੋਇਆ ਹੈ। ਤੇਰਾ ਕੀਆ ਮਿੱਠਾ ਲਾਗੇ। ਮਿੱਠਾ ਕਦ ਲੱਗਦਾ ਹੈ? ਜਦ ਹਰਨਾਮ ਪਦਾਰਥ ਦੀ ਮੰਗ ਸਾਡੇ ਅੰਦਰ ਪੈਦਾ ਹੁੰਦੀ ਹੈ। ਪਾਓ ਗੁਰਬਾਣੀ ਦੇ ਗੁਣਾਂ ਨੂੰ ਧਾਰਨ ਕਰਨ ਦੀ ਇੱਛਾ ਪੈਦਾ ਹੋ ਜਾਂਦੀ ਹੈ, ਪਿਆਸ ਪੈਦਾ ਹੋ ਜਾਂਦੀ ਹੈ। ਹੁਕਮ ਦੀ ਜੀਣ ਦੀ ਇੱਕ ਖੂਬਸੂਰਤ ਪਰਿਭਾਸ਼ਾ ਜਿਹੜੀ ਸਤਿਗੁਰ ਨੇ ਸਮਝਾਈ ਹੈ ਆਪਣੀ ਬਾਣੀ ਦੇ ਅੰਦਰ, ਉਹ ਬਾ ਕਮਾਲ ਦੀ ਹੈ। ਤੇ ਸਤਿਗੁਰੂ ਜੀ ਇਸ ਗੱਲ ਨੂੰ ਸਮਝਾਉਂਦੇ ਹੋਏ ਜਿਹੜਾ ਅਗਲੀਆਂ ਪੰਕਤੀਆਂ ਦੇ ਅੰਦਰ ਅਸੀਂ ਵਿਚਾਰ ਕੀਤਾ ਹੈ, ਆਨੰਦ ਅਨਹਦ ਵਜ੍ਹਾ ਹੈ ਵਾਜੇ। ਇਹ ਆਨੰਦ ਤੇ ਅਨਹਦ ਵਾਸਤੇ ਸੰਸਾਰ ਬਹੁਤ ਭਟਕਿਆ ਹੈ। ਜੋਗੀਆਂ ਦੇ ਬਾਰੇ ਆਪ ਜੀ ਨੂੰ ਦੱਸ ਹੀ ਦਿੱਤਾ ਹੈ ਕਿ ਉਹਨਾਂ ਨੇ ਵੱਖ-ਵੱਖ ਕਿਸਮ ਦੇ ਇੱਕ ਤਾਰੇ ਬਣਾ ਰੱਖੇ ਹਨ, ਵੱਖ ਕਿਸਮ ਦੇ ਸ਼ੰਖਾਂ ਨੂੰ ਵਜਾ ਕੇ ਸਮਝਦੇ ਹਨ। ਇਹ ਪਰਿਭਾਸ਼ਾ ਗੁਰਮਤ ਦੀ ਕਤਈ ਨਹੀਂ ਹੈ, ਲੇਕਿਨ ਗੁਰਮਤ ਦੇ ਨਾਂ ਦੇ ਉੱਪਰ ਕਈ ਲੋਕ ਇਹ ਕਰ ਰਹੇ ਹਨ। ਇਸ ਤੋਂ ਸਿੱਖਾਂ ਨੂੰ ਅਲਰਟ ਹੋਣ ਦੀ ਲੋੜ ਹੈ। ਮੈਂ ਕਈ ਜਗ੍ਹਾ ਐਸੀਆਂ ਵੈਬਸਾਈਟਾਂ ਦੇਖੀਆਂ ਨੇ ਜਿੱਥੇ $2000 ਦੇ ਕੇ ਸਿੱਖਾਂ ਦੇ ਨੌਜਵਾਨ ਬੱਚੇ ਗੁਰਮਤ ਯੋਗ ਸਿੱਖਣ ਦੀ ਕੋਸ਼ਿਸ਼ ਕਰ ਰਹੇ ਨੇ। ਮੈਂ ਬੜਾ ਹੈਰਾਨ ਹੋਇਆ। ਯੋਗ ਦਾ ਮਤਲਬ ਤੇ ਰੱਬ ਦੇ ਨਾਲ ਮਿਲਾਪ ਹੈ, ਗੁਰੂ ਨਾਲ ਮਿਲਾਪ ਹੈ। ਇਹ ਕੀ ਸਿੱਖਣਾ ਚਾਹੁੰਦੇ ਨੇ? ਉੱਥੇ ਸਿਰਫ ਕਸਰਤ ਸਿਖਾ ਰਹੇ ਨੇ। ਮੇਰੇ ਪਿਆਰੇ ਸਤਸੰਗੀਓ, ਆਪਣੇ ਸਾਰੇ ਸੰਗੀ ਸਾਥੀਆਂ ਨੂੰ ਸਮਝਾਉਣ ਦੀ ਲੋੜ ਹੈ ਕਿ ਕਸਰਤ ਯੋਗ ਨਹੀਂ ਹੈ ਜਾਂ ਯੋਗ ਨਹੀਂ ਹੈ। ਯੋਗ ਜਾਂ ਯੋਗ ਰੱਬ ਨੇ ਮਿਲਾਪ ਦੀ ਗੱਲ ਹੈ। ਕਸਰਤ ਕਰਨ ਵਾਲਾ ਰੱਬ ਨਾਲ ਕਦੀ ਨਹੀਂ ਮਿਲ ਸਕਦਾ। ਉਹ ਸਰੀਰ ਤੰਦਰੁਸਤ ਕਰ ਸਕਦਾ ਹੈ, ਕੰਮ ਕੁਝ ਹੋਰ ਜ਼ਰੂਰ ਹੋ ਸਕਦਾ ਹੈ, ਲੇਕਿਨ ਸਰੀਰ ਤੇ ਆਤਮਾ ਦਾ ਇੱਕ ਜਿਹੜਾ ਨਵੇਕਲਾਪਨ ਹੈ ਗੁਰਮਤ ਵਿੱਚ ਸਮਝਣ ਦਾ, ਉਸ ਨੂੰ ਸਮਝਣਾ ਜ਼ਰੂਰੀ ਹੈ। ਅਸੀਂ ਕਈ ਵਾਰੀ ਸਵਾਲ ਵੀ ਆਇਆ ਸੀ ਕਿ ਆਤਮਾ ਤੇ ਸਰੀਰ ਦਾ ਕੀ ਫਰਕ ਹੈ। ਆਤਮਾ ਤੇ ਸਰੀਰ ਦੇ ਫਰਕ ਨੂੰ ਸਮਝਣ ਵਾਸਤੇ ਆਨੰਦ ਤੇ ਅਨਹਦ ਵਾਜੇ ਦੇ ਇਹਨਾਂ ਚੀਜ਼ਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ, ਨਹੀਂ ਤੇ ਘਾਲ-ਮੇਲ ਹੋ ਜਾਂਦੀ ਹੈ। ਕਿਉਂਕਿ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਦੀ ਪਰਿਭਾਸ਼ਾ ਨਾਲ ਸਪਸ਼ਟਤਾ ਹੈ ਕਿ ਮਨ ਪ੍ਰਮਾਤਮਾ ਦੀ ਜੋਤ ਹੈ। ਫਰਕ ਕਿੱਥੇ ਹੋਇਆ? ਸਤਿਗੁਰ ਨੇ ਸ਼ਬਦ ਵਿੱਚ ਦੱਸਿਆ ਹੈ, ਧੰਨ ਪੀਰ ਕਾ ਇੱਕ ਸੰਗਵਾਸਾ, ਵਿੱਚ ਹਉਮੈ ਭੀਤ ਕਰਾਰੀ। ਹਉਮੈ ਨੇ ਆਪਣੀ ਇੱਕ ਵੱਖਰੀ ਹਸਤੀ ਬਣਾਈ ਹੈ। ਉਸ ਵੱਖਰੀ ਹਸਤੀ ਦੇ ਕਾਰਨ ਰੱਬ ਜੀ ਤੋਂ ਵਿਛੋੜਾ ਹੋਇਆ ਹੈ।
ਰੱਬ ਜੀ ਦੂਰ ਨਹੀਂ ਨੇ, ਰੱਬ ਜੀ ਨੂੰ ਦੂਰ ਸਮਝ ਲਿਆ ਹੈ ਮਨੁੱਖ ਨੇ ਜਾਂ ਸਿੱਖ ਨੇ ਜਾਂ ਧਾਰਮਿਕ ਵਿਚਾਰਧਾਰਾ ਕਰਨ ਵਾਲੇ ਲੋਕਾਂ ਨੇ। ਕਿ ਹੁਣ ਜਿਸ ਨੂੰ ਗੁਰਮਤਿ ਦੀ ਪਰਿਭਾਸ਼ਾ ਸਮਝ ਆ ਗਈ ਹੈ, ਉਸ ਬਾਰੇ ਸਤਿਗੁਰ ਪਿਤਾ ਬਖੂਬਸੂਰਤ ਤਰੀਕੇ ਨਾਲ ਸਮਝਾਣਾ ਕਰਦੇ ਨੇ। ਹਰ ਆਪ ਗਲ ਮਿਲਾਵੇ। ਹੁਣ ਇਸ ਨੂੰ ਵੀ ਸਮਝਣਾ ਬੜਾ ਜ਼ਰੂਰੀ ਹੈ ਕਿ ਕਈ ਵਾਰੀ ਅਸੀਂ ਭੁਲੇਖੇ ਚ ਹੁੰਦੇ ਆ ਕਿ ਰੱਬ ਆਪ ਹੀ ਗਲੇ ਲਾ ਲੇਗਾ ਜਾਂ ਗਲੇ ਮਿਲਾ ਲੇਗਾ। ਹੁਣ ਜਦ ਤੱਕ ਸਾਡੇ ਗਲੇ ਵਿੱਚ ਭਾਵ ਸਾਡੀ ਕੰਠ ਵਿੱਚ ਰੱਬ ਜੀ ਦੀ ਬਾਣੀ ਦੀ ਇਕਸਾਰਤਾ ਨਹੀਂ ਹੁੰਦੀ, ਤਦ ਤੱਕ ਮਿਲਣ ਦਾ ਰਾਸਤਾ ਸਮਝ ਸਾਡੇ ਮਨ ਤੱਕ ਨਹੀਂ ਪਹੁੰਚਦਾ। ਹੁਣ ਇਸ ਨੂੰ ਥੋੜਾ ਜਿਹਾ ਪ੍ਰਭਾਸ਼ਿਤ ਕਰਕੇ ਦੇਖਣਾ। ਆਨੰਦ ਸਾਹਿਬ ਦੀ ਬਾਣੀ ਨੇ ਬਹੁਤ ਸਪਸ਼ਟ ਕੀਤਾ ਹੈ, ਜਪਜੀ ਸਾਹਿਬ ਦੀ ਬਾਣੀ ਨੇ, ਆਨੰਦ ਸਾਹਿਬ ਦੀ ਬਾਣੀ ਨੇ ਵੀ ਸਪਸ਼ਟ ਕੀਤਾ ਹੈ, ਜਪਜੀ ਸਾਹਿਬ ਦੀ ਬਾਣੀ ਨੇ ਵੀ ਬਹੁਤ ਸਪਸ਼ਟਤਾ ਦਿਖਾਈ ਹੈ। ਕੋਈ ਬੰਦੇ ਨੂੰ ਪਹਿਲੇ ਇੱਕ ਓੰਕਾਰ ਤੋਂ ਵੀ ਬਾਅਦ ਵਿੱਚ ਭੁਲੇਖਾ ਰਹੇ ਹੀ ਨਾ। ਅਸੀਂ ਭੁਲੇਖੇ ਵਿੱਚ ਅਜੇ ਵੀ ਚੱਲ ਰਹੇ ਹਾਂ, ਲੇਕਿਨ ਗੁਰੂ ਨਾਨਕ ਸਤਿਗੁਰੂ ਜੀ ਨੇ 10 ਜਾਮਿਆਂ ਦੇ ਅੰਦਰ ਪੂਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕੋਈ ਕਿਸੇ ਕਿਸਮ ਦਾ ਭੁਲੇਖਾ ਨਹੀਂ ਛੱਡਿਆ ਹੈ। ਜੇ ਕਿਧਰੇ ਕੋਈ ਅੰਤਰ ਨਜ਼ਰ ਵੀ ਆਇਆ ਹੈ ਤੇ ਮਹਿਲਾ ਪੰਜਵਾਂ ਦੇ ਥੱਲੇ ਸਿਰਲੇਖ ਜਿਹੜਾ ਹੈ ਗੁਰਬਾਣੀ ਦਾ ਦਰਜ ਕੀਤਾ ਹੈ, ਕਿਤੇ ਭਗਤ ਸਾਹਿਬਾਨ ਦੀ ਬਾਣੀ ਦੀ ਸਮਝ ਨਹੀਂ ਆਈ ਹੈ ਜਾਂ ਵਾਰਾਂ ਵਿੱਚ ਕਿਸੇ ਪੌੜੀ ਦੀ ਸਮਝ ਨਹੀਂ ਆਈ ਹੈ, ਉੱਥੇ ਪੰਚਮ ਪਾਤਸ਼ਾਹ ਨੇ ਆਪਣੇ ਵਿਚਾਰ ਦਰਜ ਕਰ ਦਿੱਤੇ ਹਨ, ਸੰਕੇਤ ਕਰ ਦਿੱਤੇ ਹਨ ਕਿ ਕਿਧਰੇ ਵੀ ਸਿੱਖ ਭਟਕੇ ਨਾ। ਸਿੱਖ ਨੇ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਦੀ ਪਰਿਭਾਸ਼ਾ ਵਿੱਚ ਹੀ ਰਹਿਣਾ, ਉਸ ਦਾਇਰੇ ਤੋਂ ਬਾਹਰ ਨਹੀਂ ਜਾਣਾ। ਉਹ ਸੰਸਾਰ ਦਾ ਦਾਇਰਾ ਵੀ ਉਹੀ ਹੈ, ਬ੍ਰਹਿਮੰਡ ਉਸੇ ਦਾਇਰੇ ਵਿੱਚ ਹੈ ਜਿਹੜਾ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਰੱਬ ਜੀ ਦੇ ਸਰੂਪ ਨੂੰ ਬਿਆਨਿਆ ਹੈ ਸਤਿਗੁਰ ਨੇ। ਉਸ ਤੋਂ ਬਾਹਰ ਬ੍ਰਹਮ ਦਾ ਵਿਚਾਰ ਨਹੀਂ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਹਰ ਆਪ ਗਲ ਮਿਲਾਵੇ। ਆਪ ਹਰੀ ਪ੍ਰਮਾਤਮਾ ਤਦ ਸਾਨੂੰ ਆਪਣੇ ਕੰਠ ਲਾਉਂਦਾ ਹੈ ਜਦ ਸਾਡੇ ਅੰਦਰ ਇੱਕ ਰਸ ਗੁਰਬਾਣੀ ਨੂੰ ਜੀਉਣ ਦੀ ਆਦਤ ਪੈ ਜਾਂਦੀ ਹੈ। ਅਸੀਂ ਇੱਕ ਰਸ ਹੋ ਕੇ ਗੁਰਬਾਣੀ ਵਿੱਚ ਆਪਣੇ ਆਪ ਨੂੰ, ਆਪਣੇ ਵਾਤਾਵਰਨ ਨੂੰ ਬਣਾ ਲੈਂਦੇ ਹਾਂ। ਤੁਸੀਂ ਦੇਖਿਆ ਹੋਣਾ ਚੰਦਨ ਦਾ ਦਰਖਤ ਜਿਹੜਾ ਹੈ ਆਪਣਾ ਵਾਤਾਵਰਨ ਆਪ ਨਿਯਤ ਕਰਦਾ ਹੈ। ਉਹ ਦੂਸਰੇ ਦਰਖਤਾਂ ਦੇ ਹਿਸਾਬ ਨਾਲ ਨਿਯਤ ਨਹੀਂ ਕਰਦਾ, ਨਿੰਮ ਦੇ ਪੇੜ ਦੇ ਹਿਸਾਬ ਨਾਲ ਜਾਂ ਕਿੱਕਰ ਦੇ ਪੇੜ ਦੇ ਹਿਸਾਬ ਨਾਲ। ਚੰਦਨ ਦੇ ਬਗੀਚੇ ਵਿੱਚ ਦਰਖਤ ਭਾਵੇਂ ਬਹੁਤ ਵੱਡਾ ਨਹੀਂ ਹੁੰਦਾ, ਉਹ 5 ਫੁੱਟ 6 ਫੁੱਟ ਦਾ ਹੁੰਦਾ ਹੈ ਜਾਂ ਮੈਕਸਿਮਮ 7 ਫੁੱਟ ਦਾ ਹੁੰਦਾ, ਲੇਕਿਨ ਉਸਨੇ 20 ਫੁੱਟ ਵਾਲੇ ਦਰਖਤ ਨੂੰ ਵੀ ਆਪਣੇ ਗਲਵੇ ਵਿੱਚ ਲਿਆ ਹੁੰਦਾ ਹੈ। ਹੁਣ ਸਮਝਣਾ ਕਿ ਅਸੀਂ ਜਿਹੜਾ ਸਵਾਲ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਅਸੀਂ ਸੁਧਾਰੀਏ, ਇਸ ਪਰਿਭਾਸ਼ਾ ਨੂੰ ਚੰਦਨ ਦੇ ਦਰਖਤ ਰਾਹੀਂ ਸਮਝਿਆ ਜਾ ਸਕਦਾ ਹੈ ਕਿ ਚੰਦਨ ਦੇ ਦਰਖਤ ਨੂੰ ਕਦੀ ਲੋੜ ਨਹੀਂ ਪੈਂਦੀ ਕਿਸੇ ਹੋਰ ਦਰਖਤ ਦੀ ਮੁਤਾਜੀ ਕਰਨ ਦੀ, ਕਿਉਂਕਿ ਹੋਰ ਬਹੁਤ ਸਾਰੇ ਐਸੇ ਦਰਖਤ ਨੇ ਜਿਹੜੇ ਆਪਣੀਆਂ ਵਾਸ਼ਨਾਵਾਂ ਵੱਖ ਕਿਸਮ ਦੀਆਂ ਖੁਸ਼ਬੂਆਂ ਫੈਲਾਉਂਦੇ ਨੇ, ਲੇਕਿਨ ਸ੍ਰੇਸ਼ਟ ਦਰਖਤ ਹੈ ਚੰਦਨ ਜਿਹੜਾ ਆਪਣਾ ਵਾਤਾਵਰਨ ਖੁਦ ਨਿਯਤ ਕਰਦਾ ਹੈ। ਇਸੇ ਤਰ੍ਹਾਂ ਗੁਰੂ ਨਾਨਕ ਦਾ ਸਿੱਖ ਆਪਣੀ ਵਾਤਾਵਰਨ ਖੁਦ ਨਿਯਤ ਕਰਦਾ ਹੈ ਗੁਰਬਾਣੀ ਦੇ ਹਿਸਾਬ ਨਾਲ, ਕਿਉਂਕਿ ਉਸ ਨੂੰ ਫੈਸਲਾ ਕਰਨਾ ਗੁਰੂ ਨੇ ਸਿਖਾਇਆ ਹੈ, ਗੁਰਬਾਣੀ ਨੇ ਸਿਖਾ ਦਿੱਤਾ ਹੈ। ਉਹ ਆਪਣੇ ਫੈਸਲੇ ਖੁਦ ਲੈਂਦਾ ਹੈ, ਕਿਸੇ ਕੋਲ ਫੈਸਲੇ ਲੈਣ ਨਹੀਂ ਜਾਂਦਾ। ਕਈ ਐਸੇ ਆਪਣੇ ਆਪ ਨੂੰ ਅਖੌਤੀ ਸਿੱਖ ਕਹਾਣ ਵਾਲੇ, ਪੰਜ ਕਕਾਰੀ ਵਰਦੀ ਪਾਉਣ ਵਾਲੇ ਡੇਰਿਆਂ ਦੇ ਉੱਪਰ ਉਹਨਾਂ ਅਨੁਮਤੀਆਂ ਦੇ ਕੋਲ ਦੰਡਵਤ ਹੁੰਦੇ ਦੇਖੇ ਜਾ ਰਹੇ ਨੇ, ਜਿਹੜੇ ਦਾਅਵਾ ਕਰਦੇ ਨੇ ਕਿ ਅਸੀਂ ਬਹੁਤ ਸਿੱਖੀ ਦਾ ਪ੍ਰਚਾਰ ਕਰ ਰਹੇ ਹਾਂ, ਤੇ ਅਮਰੀਕਾ ਵਰਗੀਆਂ ਕੰਟਰੀਆਂ ਵਿੱਚ ਉਹਨਾਂ ਨੂੰ ਬਾਣੇ ਦਾ ਉਹ ਪ੍ਰਲੋਭਨ ਦਿਖਾ ਕੇ ਗੁਰਮਤਿ ਦੀ ਪਰਿਭਾਸ਼ਾ ਤੋਂ ਭਟਕਾ ਰਹੇ ਨੇ। ਇਸ ਕਰਕੇ ਇਹਨਾਂ ਬਾਣੀਆਂ ਦੇ ਅਰਥਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਤੇ ਸਤਿਗੁਰੂ ਜੀ ਅੱਗੇ ਕਹਿੰਦੇ ਨੇ, ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜਿਓ।
ਤੁਸੀਂ ਮੇਰੇ ਪੁੱਤਰ ਹੋ, ਮੇਰੇ ਭਰਾ ਹੋ, ਮੇਰੇ ਭਰਾ ਹੋ, ਮੇਰੇ ਪੁੱਤਰ ਹੋ। ਜੋ ਹੁਕਮ ਦੀ ਪਰਿਭਾਸ਼ਾ ਮੈਂ ਆਪ ਜੀ ਸਾਰਿਆਂ ਨੂੰ ਸਮਝਾ ਰਿਹਾ ਹਾਂ, ਜਾਂ ਜੋ ਮੈਨੂੰ ਦਿਖ ਰਹੀ ਹੈ, ਜੋ ਮੇਰੇ ਅਕਾਲ ਪੁਰਖ ਮੈਨੂੰ ਉਸ ਹੁਕਮ ਵਿੱਚ ਸ਼ਾਬਾਸ਼ ਦੇ ਰਿਹਾ ਹੈ, ਆਪਣੇ ਪਰਿਵਾਰ ਨੂੰ ਕਹਿ ਰਹੇ ਨੇ। ਤੁਸੀਂ ਇੱਕ ਵਾਰੀ ਆਪਣੇ ਮਨ ਵਿੱਚ ਇਸ ਵਿਚਾਰ ਨੂੰ ਕਰਕੇ ਦੇਖੋ, ਕਰ ਨਿਰਜਾਸ ਨਿਰਣਾ ਕਰਕੇ ਦੇਖੋ, ਫੈਸਲਾ ਕਰੋ, ਸੋਚੋ। ਕਿਉਂਕਿ ਸਿੱਖ ਦੇ ਮਤ ਵਿੱਚ ਨਾ ਵਿਚਾਰ ਗੋਸ਼ਟੀ ਹੀ ਉਸ ਨੂੰ ਸਫਲਤਾ ਦਿਵਾਉਂਦੀ ਹੈ। ਗੁਰੂ ਨਾਨਕ ਸਤਿਗੁਰੂ ਜੀ ਨੇ ਸਿੱਧ ਗੋਸ਼ਟ ਜੇ ਬੜੇ ਧਿਆਨ ਦੇ ਨਾਲ ਪੜ੍ਹੋ, ਆਪ ਜੀ ਦੇ ਇਸੇ ਚੈਨਲ ਦੇ ਉੱਪਰ ਸਿੱਖ ਮਿਸ਼ਨਰੀ ਕਾਲਜ ਦੇ ਗੁਰਮਤਿ ਕਲਾਸ ਦੇ ਉੱਪਰ ਵੀਰ ਹਰਜੀਤ ਸਿੰਘ ਜੀ ਨੇ, ਸਤਿਕਾਰਯੋਗ ਵੀਰ ਜੀ ਨੇ ਬਹੁਤ ਖੂਬਸੂਰਤ ਵਿਚਾਰ ਸਿੱਧ ਗੋਸ਼ਟ ਦੀ ਕੀਤੀ ਹੈ। ਮੈਂ ਬੜਾ ਹੈਰਾਨ ਹੋਇਆ ਜਦ ਸਾਰੀਆਂ ਡਿਟੇਲ ਉਹਨਾਂ ਦੀਆਂ ਪੜ੍ਹੀਆਂ, ਤੇ ਇੱਕ ਗੁਰਦੁਆਰਾ ਸਾਹਿਬ ਵਿੱਚ ਲੜੀਵਾਰ ਮੈਂ ਵਿਚਾਰ ਕਰ ਰਿਹਾ ਸੀ, ਤੇ ਇਸ ਦੇ ਵਿੱਚ ਵੀਰ ਹਰਜੀਤ ਸਿੰਘ ਜੀ ਮੈਨੂੰ ਸਹਿਯੋਗ ਕਰ ਰਹੇ ਸਨ ਕਿ ਕਿਸ ਤਰ੍ਹਾਂ ਗੋਸ਼ਟੀਆਂ ਸਫਲਤਾ ਦੇ ਨਾਲ ਸਤਿਗੁਰੂ ਪਾਤਸ਼ਾਹ ਨੇ ਕੀਤੀਆਂ ਹਨ, ਜਿਹਦੇ ਵਿੱਚ ਕੋਈ ਗੁੱਸਾ ਨਹੀਂ ਸੀ, ਕੋਈ ਕਿਸੇ ਕਿਸਮ ਦਾ ਦਵੈਤ ਨਹੀਂ ਸੀ, ਗੱਲ ਸੁਣਨੀ ਤੇ ਸੁਣਾਣੀ। ਅੱਜ ਸ਼ਾਇਦ ਅਸੀਂ ਨਹੀਂ ਕਰ ਪਾ ਰਹੇ ਹਾਂ ਉਸ ਨੂੰ, ਤੇ ਸਤਿਗੁਰੂ ਜੀ ਇੱਥੇ ਕਹਿ ਰਹੇ ਨੇ ਇਸ ਗੱਲ ਨੂੰ ਥੋੜੇ ਠੰਡੇ ਦਿਮਾਗ ਨਾਲ, ਬੜੇ ਹੀ ਸ਼ਾਂਤਮਈ ਤਰੀਕੇ ਨਾਲ, ਇਸੇ ਨੂੰ ਸਹਿਜ ਕਹਿੰਦੇ ਹਨ। ਸਹਿਜ ਵਿੱਚ ਵਿਚਾਰੋ, ਮੇਰੇ ਪੁੱਤਰੋ, ਮੇਰੇ ਭਰਾਵੋ, ਮੇਰੇ ਸਿੱਖੋ। ਕਿਤਨੇ ਪਿਆਰ ਦੇ ਨਾਲ ਸਤਿਗੁਰੂ ਜੀ ਸਮਝਾ ਰਹੇ ਨੇ। ਔਰ ਜਾਣੋ ਕਿ ਉਸ ਟਾਈਮ ਕੀ ਅਵਸਥਾ ਹੋ ਸਕਦੀ ਹੈ ਕਿਸੇ ਮਨੁੱਖ ਦੀ, ਜਿਸ ਨੂੰ ਇਹ ਪਤਾ ਹੋਵੇ ਕਿ ਮੇਰਾ ਅੰਤਮ ਸਮਾਂ ਹੈ। ਲੇਕਿਨ ਸਤਿਗੁਰ ਦੀ ਉਸ ਮਨੋਦਸ਼ਾ ਨੂੰ ਬਾਬਾ ਸੁੰਦਰ ਜੀ ਨੇ ਕਿੰਨੀ ਖੂਬਸੂਰਤੀ ਦੇ ਨਾਲ ਦਰਜ ਕੀਤਾ ਹੈ ਕਿ ਸਿੱਖ ਦੀ ਇਹ ਮਨੋਦਸ਼ਾ ਹੋਣੀ ਚਾਹੀਦੀ। ਉਸ ਟਾਈਮ ਜਿਹੜਾ ਮਰਜ਼ੀ ਆਵੇ ਸਾਨੂੰ ਪ੍ਰਭਾਵਿਤ ਕਰ ਲਵੇ, ਰਿਸ਼ਤੇਦਾਰਾਂ ਨੂੰ ਵੀ ਸਮਝਣਾ ਪਏਗਾ ਕਿ ਜਿਹਨੇ ਜੋ ਕਿਹਾ, ਕਿਸੇ ਨੇ ਕਿਹਾ ਢਿੱਡ ਤੇ ਤਾਲਾ ਰੱਖ ਦੇ, ਤੇ ਤਾਲਾ ਰੱਖਤਾ ਕਿਸੇ ਨੇ ਕਿਹਾ ਕੁਝ, ਅੱਗੇ ਅਸੀਂ ਵਿਚਾਰਾਂਗੇ ਕਿਸ ਤਰ੍ਹਾਂ ਫੁੱਲ ਕਿਰਿਆ ਤੇ ਇਹ ਸਾਰਾ ਕੁਝ ਅਸੀਂ ਕਰਦੇ ਜਾਂਦੇ ਹਾਂ, ਪੱਤਲ, ਦੀਵਾ, ਬੱਤੀ, ਇਹਨਾਂ ਤੇ ਬਹੁਤ ਡਿਟੇਲ ਨਾਲ ਵਿਚਾਰ ਕਰਾਂਗੇ। ਔਰ ਸਤਿਗੁਰ ਨੇ ਬਾਣੀ 'ਚ ਇਸ ਤੇ ਖੁੱਲ ਕੇ ਵਿਚਾਰ ਰੱਖੇ ਹਨ, ਫਿਰ ਵੀ ਸਿੱਖ ਕਰੀ ਜਾ ਰਹੇ ਨੇ। ਔਰ ਅਖੰਡ ਪਾਠ ਵੀ ਰਖਾਇਆ ਹੁੰਦਾ ਹੈ, ਸਹਿਜ ਪਾਠ ਕਿਸੇ ਨੇ ਰਖਾਇਆ ਹੁੰਦਾ ਹੈ, ਕੋਈ ਅੱਜ ਕੱਲ੍ਹ ਸੁਖਮਨੀ ਸਾਹਿਬ ਦਾ ਹੀ ਪਾਠ ਕਰਾ ਕੇ ਅੰਤਮ ਅਰਦਾਸ ਕਰ ਲੈਂਦਾ ਹੈ। ਲੇਕਿਨ ਕਦੀ ਬੈਠ ਕੇ ਵਿਚਾਰਦਾ ਨਹੀਂ ਕਿ ਇਸ ਦੀ ਲੋੜ ਜਿਹੜਾ ਪ੍ਰਾਣੀ ਚਲਾ ਗਿਆ ਹੈ ਉਸ ਨੂੰ ਨਹੀਂ, ਹੁਣ ਉਹਦਾ ਟਾਈਮ ਖਤਮ ਹੋ ਗਿਆ, ਉਹ ਤੇ ਅੰਤਮ ਹੋ ਗਿਆ। ਅੰਤਮ ਅਰਦਾਸ ਦਾ ਮਤਲਬ ਹੈ ਕਿ ਹੁਣ ਉਹ ਜਾ ਚੁੱਕਾ ਹੈ। ਇਹਦੀ ਲੋੜ ਪਰਿਵਾਰ ਨੂੰ ਹੈ ਜਿਹੜੀ ਬਾਣੀ ਪੜ੍ਹੀ ਜਾ ਰਹੀ ਹੈ। ਤੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਤੁਸੀਂ ਵਿਚਾਰੋ, ਜਿਹੜੀ ਬਾਣੀ ਸੁਣੋਗੇ, ਜਿਹੜੀਆਂ ਗੱਲਾਂ ਮੈਂ ਆਪ ਜੀ ਨੂੰ ਕਹਿ ਰਿਹਾ ਕਿ ਕੈਸੋ ਪੰਡਤ ਸਦਿਓਂ ਦੀ ਗੱਲ ਕਰ ਰਿਹਾ ਹਾਂ, ਤੁਸੀਂ ਇਸ ਦੇ ਵਿੱਚ ਗੁਰਬਾਣੀ ਨੂੰ ਹੀ ਵਿਚਾਰਨਾ ਹੈ, ਤੇ ਫਿਰ ਭਾਣਾ ਮੰਨਣ ਦੀ ਗੱਲ ਸਮਝ ਵਿੱਚ ਆਏਗੀ। ਇਹ ਕਾਰਨ ਕੀ ਸੀ? ਸਤਿਗੁਰੂ ਜੀ ਅਗਲੀਆਂ ਪੰਕਤੀਆਂ ਸਮਝਾ ਰਹੇ ਨੇ। ਧੁਰ ਲਿਖਿਆ ਪਰਵਾਣਾ, ਰੱਬ ਦਾ ਹੁਕਮ ਕਦੀ ਬਦਲਦਾ ਨਹੀਂ ਜੇ। ਕਈ ਕਹਿ ਦਿੰਦੇ ਨੇ ਨਾ ਕਿ ਹਾਂ ਦੇਖੋ ਜੀ ਉਮਰ ਵਧਾ ਦਿਆਂਗੇ, ਜੇ ਫਲਾਣੇ ਬਾਬਾ ਜੀ ਆਪਣੇ ਉੱਪਰ ਝੱਲ ਕੇ ਫਲਾਣੇ ਦੀ ਉਮਰ ਵਧਾਤੀ। ਕੋਈ ਕਿਸੇ ਤੇ ਆ ਰਹੇ ਸਰੀਰਕ ਦੁੱਖ ਨੂੰ ਨਹੀਂ ਆਪਣੇ ਪਰ ਲੈ ਸਕਦਾ, ਨਾ ਸੰਸਾਰ ਦੇ ਕਿਸੇ ਦੁੱਖ ਨੂੰ ਲੈ ਸਕਦਾ ਹੈ। ਜੋ ਵਾਪਰ ਰਿਹਾ ਹੈ ਸਤਿਗੁਰ ਦੇ ਭਾਣੇ 'ਚ, ਜਿੱਥੇ ਵਾਪਰਨਾ ਉੱਥੇ ਹੀ ਵਾਪਰਨਾ। ਭਾਰਤ 'ਚ ਵਾਪਰਨਾ ਹੈ ਤੇ ਭਾਰਤ 'ਚ ਹੀ ਵਾਪਰਨਾ, ਜੇ ਅਮਰੀਕਾ 'ਚ ਵਾਪਰਨਾ ਤੇ ਅਮਰੀਕਾ 'ਚ ਵਾਪਰਨਾ। ਜੋ ਵੀ ਜਿੱਥੇ ਵੀ ਰੱਬੀ ਸਿਸਟਮ ਵਿੱਚ ਪ੍ਰਕਿਰਤਿਕ ਜਦ ਬਦਲਾਅ ਆਉਂਦਾ ਹੈ, ਤੇ ਜਦ ਪ੍ਰਕਿਰਤੀ ਆਪਣੇ ਆਪ ਨੂੰ ਬਦਲਦੀ ਹੈ, ਤੇ ਉਸ ਟਾਈਮ ਜੀਵਾਂ ਨੂੰ ਤਕਲੀਫ ਸਹਿਣੀ ਪੈਂਦੀ ਹੈ, ਤੇ ਉਹ ਵਿਪਤਾ ਨਹੀਂ ਹੁੰਦੀ। ਅਸੀਂ ਕਹਿੰਦੇ ਆ ਦੇਖੋ ਜੀ ਆਪਦਾ ਆ ਗਈ ਜਾਂ ਵਿਪਤਾ ਆ ਗਈ। ਇਹ ਸਤਿਗੁਰ ਦਾ ਪ੍ਰਕਿਰਤੀ ਦਾ ਇੱਕ ਨਿਯਮ ਨੂੰ ਬਦਲਣ ਦਾ ਸਿਸਟਮ ਹੈ। ਔਰ ਜਦ ਬਦਲਦੀ ਹੈ ਪ੍ਰਕਿਰਤੀ ਆਪਣੇ ਸਿਸਟਮ ਨੂੰ, ਨਿਯਮ ਨੂੰ, ਤੇ ਆਪਣੇ ਆਪ ਵਿੱਚ ਇੱਕ ਬਦਲਾਅ ਲਿਆਂਦੀ ਹੈ,
ਤੇ ਕੁਝ ਜੀਵਾਂ ਨੂੰ ਮਰਨਾ ਹੁੰਦਾ ਹੈ, ਕੁਝ ਬਨਸਪਤੀ ਨੂੰ ਖਤਮ ਹੋਣਾ ਪੈਂਦਾ ਹੈ, ਫਿਰ ਨਵੇਂ ਬਨਸਪਤੀ ਆਉਂਦੀ ਹੈ, ਨਵੇਂ ਜੀਵ ਆਉਂਦੇ ਨੇ, ਸਿਸਟਮ ਰੁਕਦਾ ਨਹੀਂ ਹੈ। ਤੇ ਇਹ ਧੁਰੋਂ ਲਿਖਿਆ ਹੋਇਆ ਪਰਵਾਨਾ ਹੈ, ਭਾਵ ਹੁਕਮ ਹੈ, ਸਦਾ ਪੱਤਰ ਹੈ। ਜਿਸ ਦੀ ਮੌਤ ਆਈ ਹੈ ਉਹ ਰੁਕ ਨਹੀਂ ਸਕਦੀ। ਕੋਈ 1 ਘੰਟਾ ਕੀ 1 ਸੈਕਿੰਡ ਵੀ ਨਹੀਂ ਰੋਕ ਸਕਦਾ। ਜੇ ਕੋਈ ਕਵੇ 1 ਕਰੋੜ ਡਾਲਰ ਦੇ ਕੇ ਮੈਂ 10 ਕਰੋੜ ਡਾਲਰ ਕਮਾਇਆ ਹੈ, ਕਈ ਇਹ ਸੋਚਦੇ ਨੇ ਪੈਸੇ ਨਾ ਹੋਣਗੇ ਤੇ ਸੁੱਖ ਕਿਸ ਤਰ੍ਹਾਂ ਭੋਗਾਂਗੇ, ਕਿਸ ਤਰ੍ਹਾਂ ਇਲਾਜ ਹੋਏਗਾ। ਕਦੀ ਭਰੋਸਾ ਸਤਿਗੁਰੂ ਕਹਿੰਦੇ ਨੇ ਕਰਕੇ ਦੇਖੋ ਰੱਬ ਜੀ ਤੇ, ਜਿਸ ਰੱਬ ਜੀ ਨੇ ਸਭ ਕੁਝ ਦਿੱਤਾ ਹੈ। ਅਸੀਂ ਤੇ ਰੱਬ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਕਲੈਕਟ ਕਰਕੇ ਜੋੜ ਕੇ ਉਹਨਾਂ ਨੂੰ ਐਸ਼ਪ੍ਰਸਤੀ ਵਿੱਚ ਲਾਇਆ ਹੈ, ਗੁਜਰਾਨ ਵਿੱਚ ਨਹੀਂ ਲਾਇਆ ਹੈ। ਸਤਿਗੁਰੂ ਜੀ ਇਸ ਭਾਣੇ ਨੂੰ ਸਮਝਾਉਣ ਵਾਸਤੇ ਬਹੁਤ ਸੋਹਣਾ ਤਰੀਕਾ ਢੰਗ ਵਰਤਿਆ ਹੈ। ਧੁਰ ਲਿਖਿਆ ਪ੍ਰਵਾਣਾ ਫਿਰੈ ਨਹੀਂ, ਇਹ ਮੁੜ ਨਹੀਂ ਸਕਦਾ। ਜਦ ਹੀ ਜਨਮ ਹੋਇਆ, ਜਦ ਜਨਮ ਹੋਣਾ ਹੈ, ਹੋ ਜਾਣਾ ਹੈ, ਨਹੀਂ ਹੋਣਾ ਤੇ ਨਹੀਂ ਹੋਣਾ। ਉਹ ਗਰਭ ਵਿੱਚ ਉਬਾਰ ਹੀ ਨਹੀਂ ਆ ਸਕਦਾ ਜੇ ਰੱਬ ਜੀ ਦਾ ਹੁਕਮ ਨਾ ਹੋਵੇ ਤੇ ਜਿਹਦੀ ਮੌਤ ਹੋਣੀ ਹੈ ਉਹ ਕਿਧਰੇ ਵੀ ਛੁਪ ਜਾਏ, ਉਹ ਬਚ ਨਹੀਂ ਸਕਦਾ। ਤੇ ਇਸ ਗੱਲ ਨੂੰ ਸਤਿਗੁਰੂ ਜੀ ਕੋਲ ਬਿਠਾ ਕੇ ਸਮਝਾ ਰਹੇ ਨੇ ਕਿ ਭੁਲੇਖਾ ਨਾ ਰਹੇ ਕਿਸੇ ਨੂੰ। ਔਰ ਇਸ ਚੀਜ਼ ਨੂੰ ਬਾਬਾ ਸੁੰਦਰ ਜੀ ਦਰਜ ਕਰ ਰਹੇ ਨੇ। ਤੇ ਮੈਂ ਇਹ ਸਮਝਦਾ ਕਿ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਨੇ ਬਾਬਾ ਸੁੰਦਰ ਜੀ ਦੀ ਇਹ ਡਿਊਟੀ ਲਾਈ ਹੋਣੀ ਹੈ ਕਿ ਇਹ ਸਭ ਕੁਝ ਵਾਰਤਾਲਾਪ ਤੁਸੀਂ ਲਿਖੋ, ਕਿ ਪਰਮਾਨੈਂਟ ਹਰ ਸਿੱਖ ਵਾਸਤੇ ਵਸੀਅਤ ਬਣ ਜਾਏ, ਵਾਰਤਾਲਾਪ ਰੂਪੀ ਵਸੀਅਤ ਬਣ ਜਾਏ। ਹੁਣ ਸਤਿਗੁਰੂ ਜੀ ਅਗਲੇ ਪੰਕਤੀ ਵਿੱਚ ਕਹਿ ਰਹੇ ਨੇ, ਗੁਰ ਜਾਏ ਹਰ ਪ੍ਰਭ ਪਾਸ ਜੀਓ। ਬਾਬਾ ਸੁੰਦਰ ਜੀ ਕਹਿ ਰਹੇ ਨੇ ਹੁਣ ਗੁਰੂ ਸਤਿਗੁਰੂ ਜੀ ਪ੍ਰਮਾਤਮਾ ਕੋਲ ਜਾਣ ਲਈ ਤਿਆਰ ਨੇ ਔਰ ਜਾ ਰਹੇ ਨੇ, 1 ਮਿੰਟ ਦੇਰ ਨਹੀਂ ਕਰ ਰਹੇ ਨੇ। ਹੁਣ ਤੇ ਸਿਰਫ ਅਕਾਲ ਪੁਰਖ ਕੋਲ ਜਾਣ ਦਾ ਜਿਹੜਾ ਹੈ ਸਮਾਂ ਹੀ ਕੁਝ ਸਵਾਸਾਂ ਦਾ ਹੈ, ਉਹ ਬਤੀਤ ਹੋ ਰਿਹਾ ਹੈ। ਹੁਣ ਉਹ ਰੁਕਣ ਲਈ ਤਿਆਰ ਨਹੀਂ ਹੈ, ਨਾ ਹੀ ਟਾਈਮ ਮੰਗ ਰਹੇ ਨੇ ਪਰਮਾਤਮਾ ਤੋਂ ਕਿ ਮੈਂ ਸਿੱਖਾਂ ਨੂੰ ਕੁਝ ਸਮਝਾ ਲਵਾਂ, ਜਿਹੜੀ ਕੌਮ ਬਣਾਈ ਹੈ, ਜਿਹੜਾ ਕੁਝ ਤਿਆਰ ਕੀਤਾ ਹੈ, ਜਿਹੜਾ ਪੰਥ ਚਲਾਇਆ ਹੈ, ਇਹਨਾਂ ਨੂੰ ਕੁਝ ਸਿੱਖਿਆ ਦੇ ਲਾਂ। ਜਿਹੜਾ ਸਤਿਗੁਰੂ ਜਾਣੀ ਜਾਣ ਹੈ ਔਰ ਪ੍ਰਮਾਤਮਾ ਨਾਲ ਸਿੱਧੀ ਗੱਲ ਕਰ ਰਿਹਾ ਹੈ, ਉਹ ਇਹ ਮੰਗ ਨਹੀਂ ਕਰ ਰਿਹਾ, ਪਰਮਾਤਮਾ ਦੇ ਹੁਕਮ ਨੂੰ ਬਦਲਣ ਦੀ ਕੋਈ ਕੋਸ਼ਿਸ਼ ਨਹੀਂ ਕਰ ਰਿਹਾ। ਅਸੀਂ ਕਈ ਵਾਰੀ ਐਸੇ ਗਲਤ ਵਿਚਾਰਾਂ ਦੀਆਂ ਅਰਦਾਸਾਂ ਕਰ ਜਾਂਦੇ ਹਾਂ ਤੇ ਅਰਦਾਸਾਂ ਦੇ ਵਿੱਚ ਅਸੀਂ ਐਸੀ ਮੰਗ ਵੀ ਕਰ ਜਾਂਦੇ ਹਾਂ। ਸੋ ਸਤਿਗੁਰੂ ਪਿਆਰੇ ਨੇ ਇਸ ਵਿੱਚ ਬਹੁਤ ਖੂਬਸੂਰਤੀ ਨਾਲ ਵਰਤਮਾਨ ਕਾਲ ਤੇ ਭੂਤ ਕਾਲ ਨੂੰ ਦਰਜ ਕੀਤਾ ਹੈ ਬਾਬਾ ਸੁੰਦਰ ਜੀ ਨੇ। ਤੇ ਸਤਿਗੁਰੂ ਜੀ ਜਿਹੜੀ ਚੀਜ਼ ਸਾਨੂੰ ਸਮਝਾਉਣਾ ਚਾਹ ਰਹੇ ਨੇ, ਉਹ ਇਹ ਸਮਝਾਉਣਾ ਚਾਹ ਰਹੇ ਨੇ ਕਿ ਸਤਿਗੁਰ ਦੇ ਭਾਣੇ ਦੀ ਪਰਿਭਾਸ਼ਾ ਨੂੰ ਜੀਣ ਵਾਸਤੇ ਸਾਨੂੰ ਕਿਸੇ ਦਾ ਮੁਤਾਜ ਨਹੀਂ ਹੋਣਾ, ਕਿਸੇ ਵੀ ਵਿਚਾਰਧਾਰਾ ਦੇ ਮਗਰ ਨਹੀਂ ਤੁਰਨਾ। ਇਹ ਮਤ ਜਾਣੋ ਕਿ ਕੋਈ ਆਏਗਾ ਸਾਡੀ ਉਮਰ ਵਧਾ ਦੇਗਾ, ਕੋਈ ਜੜੀ ਬੂਟੀ ਦੇ ਜਾਏਗਾ ਤਾਂ ਉਮਰ ਵੱਧ ਜਾਏਗੀ, ਜਾਂ ਕੋਈ ਭਸਮ ਦੇ ਜਾਏਗਾ ਤਾਂ ਉਮਰ ਵੱਧ ਜਾਏਗੀ। ਐਸੇ ਵਿਚਾਰਾਂ ਆਮ ਕਰਕੇ ਕਈ ਵਾਰੀ ਅਸੀਂ ਆਪਣੇ ਬਜ਼ੁਰਗਾਂ ਕੋਲ ਸੁਣਦੇ ਸੀ ਤੇ ਉਸ ਟਾਈਮ ਗੁਰਬਾਣੀ ਦਾ ਇੰਨਾ ਗਿਆਨ ਲੋਕ ਨਹੀਂ ਲੈਂਦੇ ਸਨ, ਸਿਰਫ ਗੁਰਬਾਣੀ ਸੁਣਦੇ ਸਨ। ਅੱਜ ਤੋਂ ਗੁਰਮਤਿ ਦੀ ਪਰਿਭਾਸ਼ਾ ਜੇ ਮੰਨਿਆ ਜਾਏ, ਸਿੱਖ ਰਾਜ ਤੋਂ ਪਹਿਲਾਂ ਜਾਂ ਸਿੱਖ ਰਾਜ ਤੱਕ ਲੋਕ ਚੰਗੀ ਤਰ੍ਹਾਂ ਜਾਣਦੇ ਸਨ, ਲੇਕਿਨ ਸਿੱਖ ਰਾਜ ਨੂੰ ਖੋਣ ਵਾਸਤੇ ਕੁਝ ਤਾਕਤਾਂ ਨੇ। ਉਹ ਬ੍ਰਿਟਿਸ਼ ਗਵਰਨਮੈਂਟ ਦੀ ਈਸਟ ਇੰਡੀਆ ਕੰਪਨੀ, ਕੁਝ ਇੱਥੇ ਦੇ ਜਿਹੜੇ ਅਨਮਤੀ ਵਿਚਾਰਧਾਰਕ ਜਿਨ੍ਹਾਂ ਨੂੰ ਗੁਰੂ ਨਾਨਕ ਦੀ ਵਿਚਾਰਧਾਰਾ ਪਸੰਦ ਨਹੀਂ ਸੀ, ਇਹਨਾਂ ਨੇ ਵਿਉਂਤਾਂ ਬਣਾਉਣੀਆਂ ਸ਼ੁਰੂ ਕੀਤੀਆਂ। ਉਹਨਾਂ ਵਿਉਂਤਾਂ ਦਾ ਢੰਗ ਹੀ ਇਹ ਵਰਤਿਆ ਕਿ ਇਹਨਾਂ ਚਾਰ ਜਿਹੜੇ ਸੰਸਕਾਰ ਨੇ ਇਹਨਾਂ ਵਿੱਚ ਉਲਝਾ ਦਿਓ। ਜਦ ਇਸ ਚਾਰੇ ਸੰਸਕਾਰ ਹੀ ਇਹਨਾਂ ਦੇ ਪੂਰੇ ਉਲਝ ਜਾਣਗੇ ਤੇ ਇਹਨਾਂ ਦੇ ਵਿਹੜੇ ਵਿੱਚ ਝਗੜੇ ਖੜੇ ਹੋ ਜਾਣਗੇ
कि इस तरह नहीं, इस तरह करना है, ਤੇ ਆਪ ਹੀ ਇਹ ਖਾਤਮੇ ਦੇ ਰਾਸਤੇ ਤੇ ਤੁਰ ਪੈਣਗੇ। ਲੇਕਿਨ ਸਤਿਗੁਰੂ ਬਹੁਤ ਦੂਰਅੰਦੇਸ਼, ਅੰਤਰਜਾਮੀ, ਜਾਣੀ ਜਾਣ ਪਿਤਾ ਸਨ। ਇਹ ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਰੱਖੀਆਂ ਨੇ, ਔਰ ਸਤਿਗੁਰੂ ਨੇ ਹੀ ਪ੍ਰੋਫੈਸਰ ਸਾਹਿਬ ਸਿੰਘ ਵਰਗੇ ਵਿਦਵਾਨ ਭੇਜ ਦਿੱਤੇ, ਜਿਨ੍ਹਾਂ ਨੇ ਬੜੇ ਹੀ ਸੋਹਣੇ ਢੰਗ ਨਾਲ, ਸਰਲ ਤਰੀਕੇ ਨਾਲ ਬਾਣੀ ਦੇ ਅਰਥ ਕੀਤੇ ਹਨ। ਮੈਂ ਇਸ ਕਰਕੇ ਹਰ ਸਟੇਜ ਤੇ ਹਰ ਵੀਰ ਨੂੰ, ਹਰ ਭੈਣ ਨੂੰ ਗੁਰੂ ਗ੍ਰੰਥ ਸਾਹਿਬ ਦਰਪਣ ਤੋਂ ਰੋਜ਼ 3 ਅੰਕ 4 ਅੰਕ ਅਰਥ ਕਰਨ ਲਈ ਕਹਿੰਦਾ ਹਾਂ। ਨਿਤਨੇਮ ਬਣਾ ਲਓ। ਜੇ ਇੱਕ ਨਿਤਨੇਮ 5 ਬਾਣੀਆਂ ਦਾ ਜਾਂ 3 ਬਾਣੀਆਂ ਦਾ ਜਾਂ ਜਿੰਨੇ ਵੀ ਬਾਣੀਆਂ ਦਾ ਤੁਸੀਂ ਬਣਾਇਆ, ਇੱਕ ਨਿਤਨੇਮ ਨਾਲ ਇਹ ਜੋੜ ਲਓ ਕਿ ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਦੇ ਨਾਲ ਸਹਿਜ ਪਾਠ ਕਰਨੇ ਹਨ। ਔਰ ਜਦ 2 ਵਾਰੀ 3 ਵਾਰੀ ਤੁਸੀਂ ਕਰ ਲੋਗੇ, ਤੁਹਾਡੇ ਆਪਣੇ ਆਪ ਭੁਲੇਖੇ ਦੂਰ ਹੋਣੇ ਹੋ ਜਾਣਗੇ। ਔਰ ਕਈ ਵਾਰੀ ਅਸੀਂ ਇਹ ਸੋਚਦੇ ਹਾਂ ਕਿ ਜੋ ਪ੍ਰੋਫੈਸਰ ਸਾਹਿਬ ਜੀ ਨੇ ਲਿਖਿਆ ਹੈ ਉਹੀ ਪੜ੍ਹਨਾ ਹੈ ਜਾਂ ਉਹੀ ਵਿਚਾਰਨਾ ਹੈ। ਅਸੀਂ ਜਦ ਉਸ ਦੀ ਵਿਚਾਰ ਕਰਦੇ ਹਾਂ ਤੇ ਥੋੜੇ ਜਿਹੇ ਵਿਚਾਰ ਤਬਦੀਲ ਹੁੰਦੇ ਨੇ, 10% 15%। ਕੁਝ ਚੀਜ਼ਾਂ ਲਿਖੀਆਂ ਨਹੀਂ ਜਾਂਦੀਆਂ, ਧਿਆਨ ਕਰਨਾ। ਕੁਝ ਚੀਜ਼ਾਂ ਤੁਹਾਡੇ ਅਨੁਭਵ ਵਿੱਚ ਹੁੰਦੀਆਂ ਨੇ। ਜਿਉਂ-ਜਿਉਂ ਪੜ੍ਹ ਕੇ ਉਹਨੂੰ ਜੀਣਾ ਸ਼ੁਰੂ ਕਰਦੇ ਹੋ, ਜਿਸ ਤਰ੍ਹਾਂ ਬੜੀ ਸੋਹਣੀ ਇੱਕ ਪ੍ਰੋਫੈਸਰ ਨੇ ਗੱਲ ਕਹੀ ਆਪਣੇ ਬੱਚਿਆਂ ਨੂੰ ਕਿ ਜੋ ਥਿਊਰੀ ਪੜ੍ਹਾਈ ਜਾਂਦੀ ਹੈ, ਜ਼ਰੂਰੀ ਨਹੀਂ ਹੈ ਉਹ ਫੀਲਡ ਵਿੱਚ ਜਾ ਕੇ ਹੀ ਅਪਣਾਣੀ ਪਵੇ। ਥਿਊਰੀ ਰਾਹੀਂ ਕੁਝ ਚੀਜ਼ਾਂ ਸਿਖਾਈਆਂ ਜਾਂਦੀਆਂ ਹਨ, ਲੇਕਿਨ ਜਦ ਫੀਲਡ ਵਿੱਚ ਜਾਂਦੇ ਹਾਂ ਕੁਝ ਤਬਦੀਲੀ ਆ ਜਾਂਦੀ ਹੈ ਉਸਦੀ। ਜਿਸ ਟਾਈਮ ਅਸੀਂ ਅਰਥ ਕਰਦੇ ਹਾਂ ਤੇ ਅਰਥ ਉਹੀ ਹੁੰਦੇ ਨੇ, ਸਿਰਫ ਬੋਲਣ ਦਾ ਢੰਗ, ਸਮਝਣ ਦਾ ਢੰਗ ਹੀ ਬਦਲਦਾ ਹੈ ਔਰ ਸਮਝ ਦਾ ਮਿਆਰ ਬਦਲਦਾ ਹੈ। ਤੇ ਹਰ ਕਿਸੇ ਦਾ ਮਿਆਰ ਸਮਝ ਦਾ ਅਲੱਗ-ਅਲੱਗ ਹੈ, ਜਿਸ ਨੂੰ ਮੈਂਟਲ ਲੇਬਲ ਕਹਿੰਦੇ ਹਾਂ। ਮੈਂਟਲ ਲੇਬਲ ਜੇ ਸੈੱਟ ਕਰ ਲਿਆ ਤੇ ਫਿਰ ਨਿਕਲ ਨਹੀਂ ਪਾਵਾਂਗੇ। ਗੁਰਮਤਿ ਦੀ ਪਰਿਭਾਸ਼ਾ ਨੂੰ ਜੀਣ ਵਾਸਤੇ ਮੈਂਟਲ ਲੇਬਲ ਸਾਡਾ ਗੁਰਬਾਣੀ ਹੀ ਰਹਿਣਾ ਚਾਹੀਦਾ। ਇਹ ਗੱਲ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਵੀ ਕਹੀ ਹੈ ਕਿ ਅਸੀਂ ਜਿਹੜੀ ਹੈ ਜੋ ਅਰਥ ਕਰ ਰਹੇ ਹਾਂ, ਇਹ ਜ਼ਰੂਰੀ ਨਹੀਂ ਕਿ ਮੈਂ ਹੀ ਠੀਕ ਕਰ ਰਿਹਾ ਹਾਂ ਜਾਂ ਮੈਂ ਵੀ ਜੋ ਕਥਾ, ਜੋ ਵਿਚਾਰਾਂ ਆਪ ਜੀ ਦੇ ਸਾਹਮਣੇ ਰੱਖ ਰਿਹਾ ਹਾਂ, ਇਹ ਜ਼ਰੂਰੀ ਨਹੀਂ ਹੈ ਕਿ ਮੈਂ ਹੀ ਪਰਫੈਕਟ ਕਰ ਰਿਹਾ। ਇਹ ਵਿਚਾਰਾਂ ਬਾਰ-ਬਾਰ ਹੋਣੀਆਂ ਚਾਹੀਦੀਆਂ, ਜਿਸ ਦੇ ਵਿੱਚੋਂ ਸਾਨੂੰ ਗੁਰਮਤ ਹੋਰ ਨਿਖਰ ਕੇ ਸਾਡੇ ਸਾਹਮਣੇ ਆਵੇ, ਸਾਡੇ ਜੀਵਨ ਵਿੱਚ ਨਿਖਰ ਕੇ ਅਸੀਂ ਉਸ ਨੂੰ ਅਪਣਾ ਸਕੀਏ। ਇੱਕ ਨਿਖਾਰ ਆਵੇ, ਖੂਬਸੂਰਤ ਨਿਖਾਰ ਖੂਬਸੂਰਤ ਨਿਖਾਰ ਵਿੱਚੋਂ ਹੀ ਇੱਕ ਚੰਗੇ ਜੀਵਨ ਨੂੰ ਪ੍ਰਾਪਤ ਕਰ ਸਕਦੇ ਹਾਂ। ਕਿਉਂਕਿ ਗੁਰੂ ਨਾਨਕ ਸਤਿਗੁਰੂ ਜੀ ਆਪਣੇ 10 ਜਾਮਿਆਂ ਵਿੱਚ ਜਾਂ ਭਗਤ ਸਾਹਿਬਾਨ ਨੇ ਮਨੁੱਖ ਖੂਬਸੂਰਤ ਵਿਚਾਰਾਂ ਵਾਲਾ ਬਣਾਉਣ ਦੀ ਕੀਤੀ ਸੀ। ਮਨੁੱਖ ਦੇ ਸਰੀਰ ਦੇ ਸੁੰਦਰਤਾ ਦੀ ਗੱਲ ਨਹੀਂ ਸੀ, ਮਨ ਸੁੰਦਰ ਦੀ ਗੱਲ ਕੀਤੀ ਸੀ। ਇਹ ਮਨ ਸੁੰਦਰ ਆਪਣਾ, ਇਹ ਮਨ ਨੂੰ ਸੁੰਦਰ ਕਰਨ ਦੀ ਗੱਲ ਕੀਤੀ ਸੀ। ਤੇ ਮਨ ਸੁੰਦਰ ਦਿਖਦਾ ਨਹੀਂ ਹੈ, ਮਨ ਸੁੰਦਰ ਪ੍ਰੈਕਟੀਕਲ ਕਰਦਾ ਹੈ, ਮਨ ਸੁੰਦਰ ਅਨੁਭਵ ਕਰਾਉਂਦਾ ਹੈ, ਮਨ ਸੁੰਦਰ ਜੀਵਨ ਵਿੱਚ ਕਾਇਮ ਜੀਵਨ ਕਰਾ ਦਿੰਦਾ ਹੈ, ਜਿਹੜਾ ਸਤਿਗੁਰੂ ਨੇ ਜੀਵਨ ਬਖਸ਼ਿਆ ਹੈ ਔਰ ਸਤਿਗੁਰੂ ਨੇ ਜੀਵਨ ਜੀਣ ਦਾ ਢੰਗ ਦਿੱਤਾ ਹੈ। ਹੁਣ ਇਹਨਾਂ ਚੀਜ਼ਾਂ ਨੂੰ ਸਤਿਗੁਰੂ ਨੇ ਬਾ ਖੂਬਸੂਰਤ ਤਰੀਕੇ ਨਾਲ ਇਸ ਬਾਣੀ ਵਿੱਚ ਸਾਡੇ ਸਾਹਮਣੇ ਰੱਖਿਆ ਹੈ। ਅੱਜ ਅਸੀਂ ਤੀਜੇ ਪੌੜੀ ਦੀ ਵਿਚਾਰ ਕੰਪਲੀਟ ਕੀਤੀ ਹੈ। ਹੁਣ 3 ਪੌੜੀਆਂ ਹੋਰ ਰਹਿ ਗਈਆਂ। 3 ਹਫ਼ਤਿਆਂ ਵਿੱਚ ਆਪਾਂ ਇਸ ਨੂੰ ਹੋਰ ਖੁੱਲ ਕੇ ਵਿਚਾਰ ਕਰਾਂਗੇ ਤੇ ਇਸ ਪੌੜੀ 'ਚ ਇਹ ਗੱਲ ਜੋ ਪੁਰਜ਼ੋਰ ਤਰੀਕੇ ਨਾਲ ਸਤਿਗੁਰੂ ਨੇ ਸਾਡੇ ਸਾਹਮਣੇ ਰੱਖੀ ਹੈ ਕਿ ਧੁਰੋਂ ਲਿਖਿਆ ਹੋਇਆ ਹੁਕਮ ਜਿਹੜਾ, ਸੱਦਾ ਜਿਹੜਾ ਹੈ, ਉਹ ਟਲ ਨਹੀਂ ਸਕਦਾ। ਇਹ ਭੁਲੇਖਾ ਹਰ ਕਿਸੇ ਨੂੰ ਕੱਢ ਲੈਣਾ ਚਾਹੀਦਾ ਕਿ ਮੈਂ ਉਮਰ ਵਧਾ ਲਾਂਗਾ, ਮੈਂ ਅਰਦਾਸ ਕਰਕੇ ਉਮਰ ਵਧਾ ਲਾਂਗਾ। ਨਾ ਬਿਮਾਰੀ ਹਟਣ ਦੀ ਕੋਈ ਗੱਲ ਹੈ ਗੁਰਬਾਣੀ 'ਚ, ਨਾ ਉਮਰ ਵਧਾਉਣ ਦੀ ਕੋਈ ਗੱਲ ਹੈ। ਜਨਮ ਤੇ ਮੌਤ ਦੀ ਗੱਲ ਹੈ ਕਿ ਜਨਮ ਔਰ ਮੌਤ ਦੇ ਵਿੱਚ ਦਾ ਜਿਹੜਾ ਖੂਬਸੂਰਤ ਸਮਾਂ ਮਿਲਿਆ ਹੈ,
ਜਿਸ ਦੇ ਵਿੱਚ ਬੜੀ ਸੋਹਣੀ ਦੁਨੀਆ ਰੱਬ ਜੀ ਨੇ ਦਿੱਤੀ ਹੈ। ਇਸ ਨੂੰ ਹੋਰ ਸੋਹਣੀ ਬਣਾਉਣ ਵਾਸਤੇ ਸਾਡੇ ਵਿੱਚ ਦੇ ਕਿਰਦਾਰ ਦੀ ਲੋੜ ਹੈ, ਸਾਡੇ ਸੁੰਦਰ ਵਿਚਾਰ ਦੀ ਲੋੜ ਹੈ। ਵਿਚਾਰ ਔਰ ਕਿਰਦਾਰ ਸਮਾਜ, ਦੇਸ਼ ਤੇ ਧਰਤੀ ਨੂੰ ਧਰਮਸਾਲ ਵਧੀਆ ਬਣਾ ਸਕਦੇ ਹਨ ਤੇ ਹੋਰਨਾਂ ਕੌਮਾਂ ਨੂੰ, ਹੋਰਨਾਂ ਲੋਕਾਂ ਨੂੰ ਅਸੀਂ ਉਹਨਾਂ ਦੇ ਹੀ ਵਿਚਾਰਧਾਰਾ ਵਿੱਚ ਰਹਿੰਦੇ ਹੋਏ ਗੁਰਮਤਿ ਦੀ ਪਰਿਭਾਸ਼ਾ ਉਹਨਾਂ ਦੇ ਹਿਰਦੇ ਤੱਕ ਪਹੁੰਚਾ ਸਕਦੇ ਹਾਂ। ਇਸ ਦੇ ਵਿੱਚ ਤੁਰਦੇ ਰਹਿਣਾ ਹੀ ਕੌਮਾਂ ਹਜ਼ਾਰਾਂ ਸਾਲ, ਆਪ ਜੀ ਦੇਖ ਰਹੇ ਹੋ ਕ੍ਰਿਸਚੀਅਨਿਟੀ ਜਿਹੜੀ ਹੈ ਅੱਜ 2000 ਸਾਲ ਜਾਂ 2100 ਸਾਲ ਵਿੱਚ ਜਾ ਰਹੀ ਹੈ, ਉਸ ਤੋਂ ਪਹਿਲਾਂ ਪਤਾ ਨਹੀਂ ਕਦ ਦੀ ਹੈ। ਤੇ ਮੁਸਲਮਾਨ ਵੀਰ ਵੀ ਜਿਹੜੇ ਨੇ ਉਹਨਾਂ ਨੂੰ ਵੀ 1400-1500 ਸਾਲ ਹੋ ਗਏ ਤੇ ਹੋਰ ਵੀ ਉਸ ਤੋਂ ਪਹਿਲਾਂ ਕਈ ਵਿਚਾਰਧਾਰਾਵਾਂ, ਬੁੱਧ ਮਤ, ਜੈਨ ਮਤ 3-3 ਹਜ਼ਾਰ ਸਾਲ ਪਹਿਲਾਂ ਤੋਂ ਚਲੀਆਂ ਆ ਰਹੀਆਂ ਹਨ। ਤੇ ਇਸ ਕਰਕੇ ਉਹ ਲੋਕ ਕਦੀ ਨਹੀਂ ਘਬਰਾਏ, ਉਹਨਾਂ ਨੇ ਆਪਣੇ ਮਸਲੇ ਆਪਣੇ ਆਪ ਵਿੱਚੋਂ ਹੱਲ ਕੀਤੇ ਨੇ ਤੇ ਸਾਨੂੰ ਵੀ ਖੁਦ ਦੇ ਮਸਲੇ ਖੁਦ ਹੀ ਹੱਲ ਕਰਨੇ ਪੈਣਗੇ। ਸਾਨੂੰ ਕਿਸੇ ਕੋਲੋਂ ਲੱਭਣ ਦੀ ਜਾਂ ਇਹ ਪੁੱਛਣ ਦੀ ਲੋੜ ਨਹੀਂ ਹੈ ਕਿ ਤੁਹਾਡੇ ਕੀ ਖਿਆਲ ਨੇ। ਅਸੀਂ ਖਿਆਲ ਗੁਰਬਾਣੀ ਦੇ ਹਿਸਾਬ ਨਾਲ ਬਣਾਉਣੇ ਨੇ। ਜੋ ਮੈਨੂੰ ਸਮਝ ਆਈ ਹੈ ਮੈਂ ਉਹ ਆਪ ਜੀ ਦੇ ਸਾਹਮਣੇ ਬਹੁਤ ਹੀ ਨਿਮਰਤਾ ਔਰ ਪ੍ਰੇਮ ਦੇ ਨਾਲ ਰੱਖ ਰਿਹਾ ਹਾਂ। ਸੋ ਅੱਜ ਦੀ ਇਸ ਪੌੜੀ ਦੀ ਵਿਚਾਰ ਜਿੰਨੀ ਕੁ ਮੈਨੂੰ ਇਨੇ ਦਿਨਾਂ ਵਿੱਚ, ਇੱਕ ਹਫ਼ਤੇ ਵਿੱਚ ਜਾਂ ਉਸ ਤੋਂ ਪਹਿਲੇ ਤੋਂ, ਜਦ ਤੋਂ, ਕਿਉਂਕਿ ਦੂਜੀ ਜਾਂ ਤੀਜੀ ਵਾਰ ਮੈਂ ਇਸ ਦੀ ਵਿਚਾਰ ਸਟੇਜ ਦੇ ਉੱਪਰ ਰੱਖ ਰਿਹਾ ਤੇ ਜ਼ੂਮ ਕਲਾਸ ਵਿੱਚ ਤੁਹਾਡੇ ਸਾਹਮਣੇ ਰੱਖ ਰਿਹਾ। ਤੋ ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ ਅਨੇਕਾਂ ਹੀ ਭੁੱਲਾਂ ਹੋ ਗਈਆਂ ਹੋਣਗੀਆਂ। ਅਣਜਾਣ ਜਾਣ ਕੇ ਖਿਮਾ ਕਰ ਦੇਣਾ, ਜਾਣੇ ਅਣਜਾਣੇ ਚ ਗੁਰਮਤਿ ਤੋਂ ਉਲਟ ਕੁਝ ਕਿਹਾ ਗਿਆ ਹੋਏ ਉਸ ਦੀ ਵੀ ਮਾਫੀ ਚਾਹਾਂਗਾ। ਤੇ ਆਪ ਜੀ ਦੇ ਕੀਮਤੀ ਵਿਚਾਰਾਂ ਦੀ ਉਡੀਕ ਵਿੱਚ ਆਪ ਸਾਰੇ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ